पंजाब रेडियो कीपिंग कंपनी 24 आवर्स a day 7 days a week. A very good afternoon to you. दिन सोमवार मई महीने ਦੀ 30 ਤਾਰੀਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਪੰਜਾਬ ਰੇਡੀਓ ਗ੍ਰੇਟਰ ਲੰਡਨ ਤੇ ਆਸ-ਪਾਸ ਸ਼ਹਿਰਾਂ ਵਿੱਚ 558 AM ਰਾਹੀਂ ਸਕਾਈ ਚੈਨਲ 0130 ਦੇ ਜ਼ਰੀਏ ਦੁਨੀਆ ਭਰ ਦੇ ਹਰ ਕੋਨੇ ਵਿੱਚ ਇੰਟਰਨੈਟ ਰਾਹੀਂ ਡੈਬ ਡਿਜੀਟਲ ਰਾਹੀਂ ਵੌਇਸ ਐਕਟੀਵੇਟਿਡ ਸਪੀਕਰਸ ਰਾਹੀਂ ਤੇ ਪੰਜਾਬ ਰੇਡੀਓ ਦੀ ਐਪ ਰਾਹੀਂ। ਹੁਣ ਲੈ ਚੱਲਦੇ ਆਪ ਸਾਰਿਆਂ ਨੂੰ ਅੱਜ ਦੇ ਸੱਭਿਆਚਾਰਿਕ ਪ੍ਰੋਗਰਾਮ ਵੱਲ, ਜਾਣੀ ਕਿ ਹੈਲਥ ਸ਼ੋਅ ਵੱਲ, ਘਰੇਲੂ ਨੁਸਖਿਆਂ ਦੇ ਪ੍ਰੋਗਰਾਮ ਪੂਰੇ 2 ਵਜੇ ਤੱਕ। ਟੈਲੀਫੋਨ ਰਾਹੀਂ ਆਪ ਦਾ ਰਾਹ ਦੇਖਾਂਗੇ। ਟੈਲੀਫੋਨ ਲਾਈਨਸ ਅਸੀਂ ਖੋਲ੍ਹ ਰਹੇ ਹਾਂ 0208848799 ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਯਾਦ ਕਰਾ ਦਈਏ ਕਿ ਜੋ ਵੀ ਨੁਸਖੇ ਇਸ ਪ੍ਰੋਗਰਾਮ ਵਿੱਚ ਸਾਂਝੇ ਕੀਤੇ ਜਾਂਦੇ ਹਨ, ਇਹ ਸਾਡੇ ਨੁਸਖੇ ਸਾਡੇ ਸੁਣਨੇ ਵਾਲਿਆਂ ਵੱਲੋਂ ਹੁੰਦੇ ਹਨ, ਪੰਜਾਬ ਰੇਡੀਓ ਵੱਲੋਂ ਨਹੀਂ। ਪ੍ਰੋਗਰਾਮ ਸੁਣ ਕੇ ਜੇ ਤੁਸੀਂ ਕਿਸੇ ਨੂੰ ਕੰਟੈਕਟ ਕਰਦੇ ਹੋ ਜਾਂ ਕਿਸੇ ਡਾਕਟਰ ਨਾਲ ਗੱਲਬਾਤ ਕਰਦੇ ਹੋ, ਇਸ ਵਿੱਚ ਪੰਜਾਬ ਰੇਡੀਓ ਦਾ ਕੋਈ ਲੈਣਾ ਦੇਣਾ ਨਹੀਂ ਹੈ। ਨੁਸਖੇ ਸੋਚ ਸਮਝ ਕੇ ਟਰਾਈ ਕਰਨੇ ਚਾਹੀਦੇ ਹਨ। ਕਈ ਵਾਰੀ ਇੱਕ ਨੁਸਖਾ ਕਿਸੇ ਨੂੰ ਫਾਇਦੇਮੰਦ ਹੁੰਦਾ ਹੈ ਅਤੇ ਉਹੀ ਨੁਸਖਾ ਕਿਸੇ ਲਈ ਗਲਤ ਵੀ ਹੋ ਜਾਂਦਾ ਹੈ, ਨੁਕਸਾਨ ਵੀ ਕਰ ਜਾਂਦਾ ਹੈ। ਅਤੇ ਕੋਈ ਵੀ ਨੁਸਖਾ ਟਰਾਈ ਕਰਨ ਤੋਂ ਪਹਿਲਾਂ ਆਪਣੇ ਹੈਲਥ ਪ੍ਰੋਫੈਸ਼ਨਲ ਨਾਲ ਜਾਂ ਡਾਕਟਰ ਨਾਲ ਗੱਲਬਾਤ ਕਰਕੇ ਫਿਰ ਹੀ ਨੁਸਖਾ ਟਰਾਈ ਕਰਨਾ। ਅਤੇ ਜੇ ਤੁਹਾਨੂੰ ਪਤਾ ਕਿ ਆਹ ਚੀਜ਼ ਮੈਨੂੰ ਨਹੀਂ ਪਚਦੀ ਹੈਗੀ ਤਾਂ ਪਲੀਜ਼ ਉਸ ਤੋਂ ਦੂਰ ਰਹਿਣਾ। ਜੇ ਤੁਸੀਂ ਮੈਡੀਕੇਸ਼ਨ ਹੋ, ਨੁਸਖਿਆਂ ਦੇ ਸਾਈਡ ਇਫੈਕਟਸ ਵੀ ਹੋ ਜਾਂਦੇ ਹਨ। ਬਹੁਤ ਜ਼ਰੂਰੀ ਹੈ ਕਿ ਤੁਸੀਂ ਮੈਡੀਕੇਸ਼ਨ ਹੋ, ਪ੍ਰੈਗਨੈਂਟ ਹੋ, ਬ੍ਰੈਸਟ ਫੀਡਿੰਗ ਕਰਦੇ ਹੋ, ਕੋਈ ਵੀ ਐਲਰਜੀ ਹੈ, ਕਿਸੇ ਤਰ੍ਹਾਂ ਦੀ ਮੈਡੀਕਲ ਸੁਪਰਵਿਜ਼ਨ ਥੱਲੇ ਹੋ, ਪਹਿਲਾਂ ਆਪਣੇ ਡਾਕਟਰ ਨਾਲ ਜਾਂ ਹੈਲਥ ਪ੍ਰੋਫੈਸ਼ਨਲ ਨਾਲ ਗੱਲਬਾਤ ਕਰਕੇ ਫਿਰ ਨੁਸਖਾ ਟਰਾਈ ਕਰਨਾ। ਅਤੇ ਬਿਨ ਦੱਸੇ ਕਦੀ ਕਿਸੇ ਨੂੰ ਦਵਾਈ ਨਾ ਦਿਓ, ਇਹ ਹਾਨੀਕਾਰਕ ਹੋ ਸਕਦਾ ਹੈ। Views and opinions and remedies in the show are by our listeners and not by Punjab Radio. Before trying any remedy out, please make sure you consult your health professional or your GP. ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਠੀਕ ਹੁੰਦੇ ਹੋਰ ਵੀ ਬਿਮਾਰ ਹੋ ਜਾਓ। ਸਿਹਤ ਠੀਕ ਨਹੀਂ ਹੈ ਤਾਂ ਜ਼ਰੂਰੀ ਹੈ ਕਿ ਡਾਕਟਰ ਨਾਲ ਗੱਲਬਾਤ ਕਰਨੀ, ਡਾਇਗਨੋਸ ਕਰਾਓ ਕਿ ਬਿਮਾਰੀ ਦਾ ਕਾਰਨ ਕੀ ਹੈ। ਈਮੇਲ ਮੈਸੇਜ ਜਿਨ੍ਹਾਂ ਨੇ ਭੇਜੇ ਹਨ didar@punjabradio.co.uk, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਹੋਇਆਂ ਚਲਦੇ ਆਪਾਂ ਮੈਸੇਜਿਸ ਵੱਲ। ਸਾਰਿਆਂ ਦਾ ਧੰਨਵਾਦ ਜੋ ਆਪਣੇ ਅਜਮਾਏ ਹੋਏ ਨੁਸਖੇ ਸਾਂਝੇ ਕਰਦੇ ਹਨ। ਇਸ ਪ੍ਰੋਗਰਾਮ ਦੇ ਜ਼ਰੀਏ ਭੈਣ ਭਰਾ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਸੁਣਨੇ ਵਾਲੇ ਦੱਸਦੇ ਹਨ ਕਿ ਕਈਆਂ ਦੇ ਦੱਸੇ ਹੋਏ ਨੁਸਖੇ ਫਾਇਦੇਮੰਦ ਹੋਏ ਹਨ। ਕੀ ਤੁਸੀਂ ਕੋਈ ਨੁਸਖਾ ਟਰਾਈ ਕੀਤਾ, ਅਜਮਾਇਆ ਹੈ, ਫਾਇਦੇਮੰਦ ਹੋਇਆ ਹੈ ਕਿ ਨਹੀਂ ਫਾਇਦੇਮੰਦ ਹੋਇਆ? ਪ੍ਰੋਗਰਾਮ ਵਿੱਚ ਸਾਂਝ ਪਾਉਣ ਲਈ ਟੈਲੀਫੋਨ ਨੰਬਰ 0208848799 ਅਤੇ ਅੱਜ ਦੇ ਜਿਹੜੇ ਮੈਸੇਜਿਸ ਆਏ ਹਨ ਅਤੇ ਆਪ ਦੇ ਸਹਿਯੋਗ ਦੀ ਜ਼ਰੂਰਤ ਹੈ। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਹਾਈ ਬਲੱਡ ਪ੍ਰੈਸ਼ਰ ਦੇ ਉੱਪਰ, ਅਤੇ ਆਪਾਂ ਕਈ ਅੱਗੇ ਨੁਸਖੇ ਦੱਸੇ ਵੀ ਹਨ ਹਾਈ ਬਲੱਡ ਪ੍ਰੈਸ਼ਰ ਦੇ ਉੱਪਰ। ਪਰ ਜੇ ਤੁਸੀਂ ਕੋਈ ਨੁਸਖਾ ਟਰਾਈ ਕੀਤਾ ਹਾਈ ਬਲੱਡ ਪ੍ਰੈਸ਼ਰ ਦਾ ਅਤੇ ਉਹ ਫਾਇਦੇਮੰਦ ਹੋਇਆ ਅਤੇ ਉਹਦੇ ਨਾਲ ਤੁਹਾਨੂੰ ਫਾਇਦਾ ਹੋਇਆ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਤੁਸੀਂ ਕੰਟਰੋਲ ਕਰ ਸਕੇ ਹੋ, ਅਤੇ 0208848799 ਅਤੇ ਜੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਹੀ ਪਾ ਲਿਆ ਹੈ, ਕਿਸ ਤਰ੍ਹਾਂ ਪਾਇਆ ਹੈ, ਕੀ ਕੀਤਾ ਹੈ? 0208848799 ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ। ਗਿੱਟਿਆਂ 'ਤੇ ਸੋਜ ਹੋਵੇ ਤਾਂ ਤੁਸੀਂ ਕੀ ਕਰ ਸਕਦੇ ਹੋ? ਅਤੇ ਇਸੇ ਤਰ੍ਹਾਂ ਹੀ ਕਹਿੰਦੇ ਕਿ ਈਸਬਗੋਲ ਖਾਣ ਦੇ ਕੀ ਫਾਇਦੇ ਹਨ? ਜੇ ਕੋਈ ਭੈਣ ਭਰਾ ਆ ਕੇ ਸਾਨੂੰ ਦੱਸ ਦੇਣ ਕਿ ਈਸਬਗੋਲ ਦੇ ਫਾਇਦੇ ਕੀ ਹਨ। ਥਾਈਰੋਇਡ ਪ੍ਰੋਬਲਮਸ ਵਾਸਤੇ ਅੰਡਰ ਐਕਟਿਵ, ਓਵਰ ਐਕਟਿਵ ਹਮੇਸ਼ਾ ਹਰ ਹਫ਼ਤੇ ਆਪਣੀ ਲਿਸਟ ਦੇ ਉੱਪਰ ਹੀ ਰਹਿੰਦਾ ਹੈ। ਜੇ ਤੁਸੀਂ ਕੋਈ ਨੁਸਖਾ ਟਰਾਈ ਕੀਤਾ ਹੈ, ਸਪੈਸ਼ਲੀ ਇਹ ਮੈਸੇਜ ਕਹਿੰਦੇ ਸੁਣਨੇ ਵਾਲਿਆਂ ਨੂੰ ਦੇਣਾ, ਕਹਿੰਦੇ ਸੁਣਨੇ ਵਾਲਿਆਂ ਕੋਲ ਬਹੁਤ ਹੀ ਚੰਗੇ ਮਤਲਬ ਕਿ ਨੁਸਖੇ ਹਨ। ਫੈਟੀ ਲੀਵਰ ਵਾਸਤੇ ਅਜਮਾਇਆ ਹੋਇਆ ਨੁਸਖਾ। ਸਪਲਿਟ ਨੇਲਸ, ਕਹਿੰਦੇ ਮੇਰੇ ਨਹੁੰ ਟੁੱਟਣ ਲੱਗ ਗਏ ਆ, ਮੈਨੂੰ ਬਹੁਤ ਫਿਕਰ ਆ, ਕਹਿੰਦੇ ਮੈਨੂੰ ਤਾਂ ਨੀਂਦ ਵੀ ਨਹੀਂ ਆਉਂਦੀ ਹੈਗੀ ਜੇ ਮੈਨੂੰ ਕੋਈ ਦੱਸ ਦੇਵੇ ਕਿ ਮੇਰੇ ਨਹੁੰ ਕਿਉਂ ਟੁੱਟਦੇ ਹਨ ਅਤੇ ਮੈਂ ਕੀ ਕਰ ਸਕਦੀ ਹਾਂ। ਸੈਂਸਿਟਿਵ ਟੀਥ, ਦੰਦਾਂ 'ਤੇ ਸਭ ਕੁਝ ਲੱਗਦਾ ਹੈ, ਠੰਡੀ ਜਿਹੀ ਚੀਜ਼ ਪੈਂਦੀ ਹੈ। ਇਹ ਸਾਡੇ ਇੱਕ ਵੀਰ ਦਾ ਮੈਸੇਜ ਆਇਆ ਹੈ। ਜੇ ਤੁਹਾਡੇ ਕੋਲ ਕੋਈ ਨੁਸਖਾ ਹੈਗਾ ਸੈਂਸਿਟਿਵ ਟੀਥ ਲਈ ਤਾਂ ਜ਼ਰੂਰ ਆ ਕੇ ਦੱਸੋ। ਪਿਸ਼ਾਬ 'ਤੇ ਕੋਈ ਕੰਟਰੋਲ ਨਹੀਂ, ਸਾਡੇ ਇੱਕ ਭੈਣ ਦਾ ਅਤੇ ਇੱਕ ਦੋ ਮੈਸੇਜਿਸ ਸਾਡੇ ਵੀਰਾਂ ਦੇ ਵੀ ਇਸ ਇਸ਼ੂ ਦੇ ਉੱਪਰ ਆਏ ਹੋਏ ਹਨ। ਜੇ ਪਿਸ਼ਾਬ 'ਤੇ ਨਾ ਕੋਈ ਕੰਟਰੋਲ ਹੋਵੇ ਕੀ ਕਰ ਸਕਦੇ ਹੋ? ਅਤੇ ਰਸੀਡਿੰਗ ਗਮਸ, ਦੰਦਾਂ ਉੱਪਰ ਫਿਰ ਇੱਕ ਵਾਰੀ ਆ ਗਏ ਆਪਾਂ ਕਿ ਦੰਦ ਤਾਂ ਠੀਕ ਹੈ ਪਰ ਗਮਸ ਠੀਕ ਨਹੀਂ ਹੈ। ਜੇ ਤੁਹਾਡੇ ਕੋਲ ਅਜਮਾਇਆ ਹੋਇਆ ਨੁਸਖਾ ਹੈਗਾ, ਤੁਹਾਡੀਆਂ ਰਸੀਡਿਡ ਗਮਸ ਸੀਗੀਆਂ ਅਤੇ ਤੁਸੀਂ ਉਹ ਗਮਸ ਆਪਣੀਆਂ ਠੀਕ ਕਰ ਲਈਆਂ, ਕਿਸ ਤਰ੍ਹਾਂ ਕੀਤੀਆਂ ਹਨ? 0208848799 ਸਟੂਡੀਓ ਦਾ ਟੈਲੀਫੋਨ ਨੰਬਰ। ਅਤੇ ਇਸੇ ਤਰ੍ਹਾਂ ਮੋਢਾ ਨਿਕਲ ਜਾਏ, ਡਿਸਲੋਕੇਟਿਡ ਸ਼ੋਲਡਰ ਵਾਸਤੇ ਤੁਹਾਡੀ ਕੀ ਐਡਵਾਈਸ ਹੈ? ਸਾਡੀ ਭੈਣ ਨੇ ਆਪਾਂ ਨੂੰ ਟੈਲੀਫੋਨ ਕੀਤਾ ਸੀਗਾ ਪਿਛਲੇ ਹਫ਼ਤੇ। ਬ੍ਰਦਰ ਇਨ ਅਫਰੀਕਾ ਡਾਇਆਲਿਸਿਸ, ਕਹਿੰਦੇ ਰੈਗੂਲਰ ਟਰੀਟਮੈਂਟ ਹੁੰਦੀ ਹੈ ਉਹਨਾਂ ਦੀ, ਪਰ ਫਿਰ ਵੀ ਜੇ ਉਹਨਾਂ ਵਾਸਤੇ ਕੋਈ ਤੁਸੀਂ ਅਜਮਾਇਆ ਹੋਇਆ ਨੁਸਖਾ ਦੱਸ ਸਕਦੇ ਤੁਹਾਡੀ ਬਹੁਤ ਧੰਨਵਾਦੀ ਹੋਏਗੀ ਸਾਡੀ ਇਹ ਭੈਣ। ਅਤੇ ਵੈਰੀਕਸ ਵੇਨਸ ਵਾਸਤੇ ਉਹਨਾਂ ਨੇ ਵੀ ਪੁੱਛਿਆ, ਕਹਿੰਦੇ ਇੱਕ ਨੁਸਖਾ ਦੱਸਿਆ ਸੀਗਾ, ਜੇ ਕਿਸੇ ਕੋਲ ਕੋਈ ਹੋਰ ਅਜਮਾਇਆ ਹੋਇਆ ਨੁਸਖਾ ਅਤੇ ਪਲੀਜ਼ ਚਲੇ ਆਉਣ। ਗਲੇ ਅੰਦਰ ਜਲਨ ਅਤੇ ਮਿਊਕਸ
ਤੇ ਇਸੇ ਤਰ੍ਹਾਂ ਇੱਕ ਹੋਰ ਹੈ, ਕਹਿੰਦੇ ਬੇਟੀ ਦੰਦ ਬਹੁਤ ਪੀਂਦੀ ਹੈ। ਤੇ ਨਾਲ ਹੀ ਨਾਲ ਆਪਾਂ ਗੱਲਬਾਤ ਕਰਾਂਗੇ ਡਿਪਰੈਸ਼ਨ ਦੇ ਉੱਪਰ। ਤੇ ਲੀਵਰ ਪ੍ਰੋਬਲਮ ਹੋਵੇ ਤਾਂ ਕੀ ਤੁਸੀਂ ਫਰੂਟ ਖਾ ਸਕਦੇ ਹੋ? ਤੇ ਦੂਸਰਾ ਸਵਾਲ ਆਇਆ ਸੀਗਾ ਕਿ ਜੇ ਜਿੱਦਾਂ ਆਪਾਂ ਫਰੂਟ ਮਿਕਸ ਕਰਕੇ ਚਾਟ ਬਣਾ ਲੈਂਦੇ ਹਾਂ, ਕੀ ਇਹ ਤੁਹਾਡੀ ਸਿਹਤ ਵਾਸਤੇ ਚੰਗੀ ਹੈ ਕਿਤੇ ਨਹੀਂ ਚੰਗੀ? ਗੁੜ ਤੇ ਸ਼ੱਕਰ ਵਿੱਚ ਕੀ ਫ਼ਰਕ ਹੈਗਾ ਤੇ ਕਿ ਦੋਨੋਂ ਸੇਮ ਹੈ? ਤੇ ਚਲੋ ਵੀ ਦੇਖਦੇ ਹਾਂ ਤੁਸੀਂ ਕਿਹੜੇ ਨੁਸਖੇ ਅਜ਼ਮਾਏ ਹਨ, ਕਿਹੜੇ ਨੁਸਖੇ ਫਾਇਦੇਮੰਦ ਹੋਏ ਹਨ, ਤੇ ਇਸੇ ਤਰ੍ਹਾਂ ਤੁਸੀਂ ਕਿਹੜੇ ਨੁਸਖੇ ਅਜ਼ਮਾਉਣੇ ਚਾਹੁੰਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦਿਦਾਰ ਭੈਣ ਜੀ, ਸਤਿ ਸ਼੍ਰੀ ਅਕਾਲ। ਉਹ ਦਵਿੰਦਰ ਵੀਰ ਜੀ ਜੀ ਹੋਰ ਮੇਰੀ ਭੈਣ ਠੀਕ ਠਾਕ? ਹਾਂਜੀ, ਇੱਕ ਭੈਣ ਜੀ ਦਾ ਤੁਹਾਨੂੰ ਮੈਂ ਸੁਣਦਾ ਸੀਗਾ ਕਿ ਉਹਨਾਂ ਨੇ ਪੁੱਛਿਆ ਜੀ ਲੀਵਰ ਦੀ ਪ੍ਰੋਬਲਮ ਆ, ਫਰੂਟ ਖਾ ਸਕਦੇ ਆ? ਜਿਹੜਾ ਫਰੂਟ ਹੈਗਾ ਉਹ ਲੀਵਰ ਦੀ ਪ੍ਰੋਬਲਮ ਵਾਲਿਆਂ ਵਾਸਤੇ ਬਹੁਤ ਹੀ ਗੁੱਡ ਵਾ, ਖਾ ਸਕਦੇ ਆ। ਬਿਲਕੁਲ ਬਿਲਕੁਲ, ਖਾਸ ਕਰਕੇ ਪਪੀਤਾ ਖਾਓ ਸਵੇਰ ਨੂੰ। ਹਾਂਜੀ ਰਾਈਟ, ਓਕੇ। ਜਦ ਤੁਸੀਂ ਪਪੀਤਾ ਖਾਣਾ ਵਾ, ਘੱਟੋ ਘੱਟ ਚਾਹ ਦਾ ਵਿੱਚ ਗੈਪ ਜਿਹੜਾ 1.5 ਘੰਟਾ ਤੁਸੀਂ ਕੁਛ ਨਹੀਂ ਖਾਣਾ। ਸਵੇਰੇ ਉੱਠੋ, ਬੁਰਸ਼ ਕਰੋ, ਪਪੀਤਾ ਕੱਟੋ, ਛੋਟੇ ਪੀਸ ਕਰਕੇ ਖਾਓ, ਤੇ ਉਹਦੇ ਨਾਲ ਤੁਹਾਡੀ ਲੀਵਰ ਦੀ ਪ੍ਰੋਬਲਮ ਜਿਹੜੀ ਆ ਉਹ ਬਿਲਕੁਲ ਠੀਕ ਹੋ ਜਾਏਗੀ। ਕੋਈ ਐਸੀ ਗੱਲ ਨਹੀਂ ਹੈਗੀ। ਪਰ ਜੇ ਕੋਈ ਇੰਡੀਆ ਜਾਂਦਾ, ਉੱਥੋਂ ਦੇ ਆਲੂ ਬੁਖਾਰੇ ਮੰਗਾਓ ਤੇ ਉਹਨੂੰ ਤੁਸੀਂ ਜਿੱਦਾਂ ਕਹ ਲਓ ਪਾਈਆ ਕੁ ਲੈ ਲਿਆ, ਤੇ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇਮਲੀ ਵਾਲੀ ਚਟਨੀ ਬਣਾਉਣੀ ਆ। ਸੂਸ ਨਹੀਂ ਪਾਉਣੇ। ਜਿਹੜੀ ਆਪਣੀਆਂ ਇੰਡੀਅਨ ਦੁਕਾਨਾਂ ਦੇ ਉੱਤੇ ਇਮਲੀ ਮਿਲਦੀ ਨਾ, ਇੰਡੀਆ ਦੀ ਇਮਲੀ, ਉਹ ਆਲੂ ਬੁਖਾਰਿਆਂ ਦੇ ਪੀਸ ਕੱਟ ਲਓ ਪਲੇਟ ਵਿੱਚ ਧੋ ਕੇ, ਤੇ ਇਮਲੀ ਥੋੜੀ ਜਿਹੀ ਪਾ ਕੇ ਤੇ ਉਹ ਖਾਓ। ਤੁਸੀਂ 1 ਹਫ਼ਤੇ ਵਿੱਚ ਦੇਖਿਓ ਤੁਹਾਡਾ ਜਿਹੜਾ ਲੀਵਰ ਆ ਬਾਗੋ ਬਾਗ ਹੋ ਜਾਊਗਾ, ਤੇ ਤੁਸੀਂ ਬਹੁਤ ਹੀ ਤੰਦਰੁਸਤੀ ਮਹਿਸੂਸ ਕਰੋਗੇ। ਜਿਹੜੇ ਆਲੂ ਬੁਖਾਰੇ ਤੁਸੀਂ ਕਹਿੰਦੇ ਇੰਡੀਆ ਵਾਲੇ ਆ, ਤੇ ਜਿਹੜੇ ਉਹ ਆਲੂ ਬੁਖਾਰੇ ਤੇ ਇੱਥੇ ਆਪਾਂ ਨੂੰ ਦੁਕਾਨਾਂ ਤੇ ਮਿਲਦੇ, ਉਹਨਾਂ 'ਚ ਕੀ ਫਰਕ ਹੈ? ਇਸ ਗੱਲ ਦਾ ਮੈਨੂੰ ਵੀ ਨਹੀਂ ਪਤਾ। ਜਿਹੜੇ ਇੰਡੀਆ ਦੇ ਆਲੂ ਬੁਖਾਰੇ ਆ ਨਾ, ਉਹਨਾਂ ਦਾ ਟੇਸਟ ਤੁਸੀਂ ਵੀ ਖਾਦੇ ਹੋਣੇ, ਉਹਨਾਂ ਦਾ ਟੇਸਟ ਹੀ ਭੈਣ ਜੀ ਵੱਖਰਾ ਹਨਾ। ਇੱਥੇ ਆਪਾਂ ਪਲਾਓ ਖਾਂਦੇ ਆ, ਤੇ ਹੁਣ ਬਈ ਜਿੱਦਾਂ ਕਹ ਲਓ ਵੀ ਇਹਨਾਂ ਦਾ ਟੇਸਟ ਵੱਖਰਾ ਹੁੰਦਾ, ਉਹਨਾਂ ਦਾ ਵੱਖਰਾ ਹੁੰਦਾ। ਪਰ ਇੱਕ ਗੱਲ ਹੈ, ਜੇ ਤੁਸੀਂ ਇਹ ਵੀ ਅਜਮਾ ਕੇ ਦੇਖ ਲਓ, ਪਰ ਸਾਨੂੰ ਦੱਸਿਓ ਜ਼ਰੂਰ ਜਿਹੜਾ ਵੀ ਬੰਦਾ ਇੱਥੇ ਦੇ ਆਲੂ ਬੁਖਾਰੇ ਲੈ ਕੇ ਪਾਈਆ ਕੇ ਲੈ ਲਓ, ਥੋੜੇ ਜਿਹੇ ਰਸੇ ਹੋਣ। ਹਾਂਜੀ, ਜੇ ਰਸੇ ਹੋਣਗੇ ਤਾਂ ਉਹਦਾ ਟੇਸਟ ਵੀ ਹੋਊਗਾ। ਹਾਂਜੀ, ਜਾਂ ਤੁਸੀਂ ਲਿਆਉਂਦੇ ਆ ਉਹਨੂੰ 1-2 ਦਿਨ ਪੈ ਰਹਿੰਦੇ, ਉਹ ਆਪਣੇ ਆਪ ਹੀ ਪੱਕ ਜਾਂਦੇ ਆ, ਤੇ ਪੱਕ ਕੇ ਤੇ ਉਹਦੇ ਉੱਤੇ ਇਮਲੀ ਜਿਹੜੀ ਆ, ਇਹਦਾ ਤਾਂ ਕੋਈ ਸਾਈਡ ਇਫੈਕਟ ਹੈ ਹੀ ਨਹੀਂ ਫਰੂਟ ਦਾ ਕੋਈ ਵੀ। ਤੇ ਤੁਸੀਂ ਉਹ ਖਾ ਕੇ ਤੇ ਪਰ ਫਿਰ ਸਾਨੂੰ ਕਾਲਰ ਦੱਸਣ ਜ਼ਰੂਰ ਤੁਹਾਨੂੰ ਜਾਂ ਮੈਨੂੰ, ਕਿ ਫਿਰ ਸਾਨੂੰ ਪਤਾ ਲੱਗੇ ਵੀ ਅਸੀਂ ਗਾਹਕ ਵੀ ਦੱਸ ਸਕਦੇ ਹਾਂ ਵੀ ਇਹ ਵੀ ਆਲੂ ਬੁਖਾਰੇ ਵਧੀਆ। ਪਰ ਇੰਡੀਆ ਦੇ ਜਿਹੜੇ ਆਲੂ ਬੁਖਾਰੇ ਹੈਗੇ ਉਹ ਤਾਂ ਮੈਂ 100% ਗਰੰਟੀ ਲੈਣਾ। ਜਿਹੜੇ ਇੰਡੀਆ ਦੇ ਆਲੂ ਬੁਖਾਰੇ ਆ, ਤੁਸੀਂ ਫਰੈਸ਼ ਜਿਹੜੇ ਉਹਨਾਂ ਦੀ ਗੱਲ ਕਰ ਰਹੇ ਆ? ਬਿਲਕੁਲ ਨਾ ਜੀ, ਬਸ ਜਿਹੜੇ ਦੁਕਾਨਾਂ ਤੇ ਵਿਕਦੇ ਆ, ਕਿਉਂਕਿ ਡਰਾਈਡ ਵੀ ਮਿਲਦੇ ਆ। ਨਹੀਂ ਡਰਾਈ ਨਹੀਂ ਲੈਣੀ, ਫਰੂਟ ਜਿਹੜਾ ਫਰੂਟ ਖਾਣ ਵਾਲਾ। ਅੱਛਾ, ਫਰੈਸ਼ ਇੰਡੀਆ ਦੇ ਆਲੂ ਬੁਖਾਰੇ? ਹਾਂਜੀ, ਇੰਡੀਆ ਦੇ, ਜਿਹੜੇ ਕਿ ਆਮ ਦੁਕਾਨਾਂ ਦੇ ਉੱਤੇ ਉਹਨਾਂ ਨੇ ਟੋਕਰੀਆਂ ਵਿੱਚ ਲਾ ਕੇ ਰੱਖੇ ਹੁੰਦੇ ਆ, ਔਰ ਖਾਣ ਵਿੱਚ ਬੜੇ ਗੁੱਦੇ ਨਾਲ ਭਰੇ ਹੁੰਦੇ ਆ, ਬੜੇ ਟੇਸਟੀ ਹੁੰਦੇ ਆ। ਇਹਨਾਂ ਦੇ ਉੱਤੇ ਤੁਸੀਂ ਇਮਲੀ ਦਾ ਸੂਪ ਜਿਹਾ ਬਣਾ ਲਓ, ਥੋੜਾ ਪਾ ਕੇ, ਤੇ ਹਫ਼ਤਾ ਇੱਕ ਖਾਓ, ਤੇ ਤੁਸੀਂ ਦੇਖੋ ਵਿਦਨ ਵੀਕ ਵਿੱਚ ਹੀ ਤੁਹਾਡਾ ਲੀਵਰ ਜਿਹੜਾ ਬਾਗੋ ਬਾਗ ਹੀ ਹੋ ਜਾਊਗਾ ਤੁਹਾਨੂੰ। ਸੋ ਜਿਹੜੇ ਲੀਵਰ ਵਾਸਤੇ ਆਲੂ ਬੁਖਾਰੇ ਖਾਣੇ ਆ, ਸਵੇਰੇ ਮਤਲਬ ਪਹਿਲਾਂ ਖਾਣੇ? ਹਾਂਜੀ ਬਿਲਕੁਲ, ਤੁਸੀਂ ਸਵੇਰੇ ਉੱਠੋ, ਹਾਂਜੀ, ਬੁਰਸ਼ ਕਰ ਲਓ, ਤੇ ਚਾਹ ਚੂ ਨਹੀਂ ਪੀਣੀ, ਕੁਛ ਵੀ ਨਹੀਂ, ਠੀਕ ਆ? ਰਾਈਟ। ਹਾਂਜੀ, ਤੁਸੀਂ ਬਸ ਆਪਣਾ ਜਸਟ ਲਾਈਕ ਜਿੱਦਾਂ ਕਹ ਲਓ ਸਵੇਰੇ ਜਿੱਦਾਂ ਚਾਹ ਪੀਣ ਦੀ ਜਗ੍ਹਾ ਇਹ ਆਲੂ ਬੁਖਾਰੇ ਪਾਈਆ ਕੇ ਖਾ ਲਓ। ਫਿਰ ਤੁਸੀਂ 1.5 ਘੰਟਾ ਕੁਛ ਨਹੀਂ ਖਾਣਾ, ਚਾਹ ਚੂ ਨਹੀਂ ਪੀਣੀ। ਰਾਈਟ, ਓਕੇ। ਤਾਂ ਕਿ ਉਹਦਾ ਜਿਹੜਾ ਅਸਰ ਸਾਡੀ ਬੋਡੀ ਤੇ ਹੋ ਜਾਵੇ। ਜਦ ਤੁਸੀਂ ਨਰਮੇ ਕਾਲ ਜੇ ਕੋਈ ਚੀਜ਼ ਖਾਂਦੇ ਆ ਤੇ ਉਹਦਾ ਅਸਰ ਜ਼ਿਆਦਾ ਹੁੰਦਾ। ਹਾਂਜੀ, ਤੇ ਬਸ ਤੁਸੀਂ ਵੀਕ ਕਿੱਦਾਂ ਕਰੋਗੇ, ਤੇ ਮੇਰਾ ਖਿਆਲ ਹੈ ਕਿ ਤੁਸੀਂ ਆਪ ਹੀ ਤੁਹਾਨੂੰ ਮਹਿਸੂਸ ਹੋਣ ਲੱਗ ਪੈਣਾ ਵੀ ਮੇਰਾ ਜਿਹੜਾ ਲੀਵਰ ਵਾ ਤੇ ਬਿਲਕੁਲ ਠੀਕ ਹੁੰਦਾ। ਇੱਕ ਗੱਲ ਹੋਰ ਵੀ ਕਹਿਣਾ ਵਾ ਕਿ ਇਹਨਾਂ ਡਾਕਟਰਾਂ ਦੇ ਕੋਲ ਲੀਵਰ ਦੀ ਕੋਈ ਦਵਾਈ ਹੈ ਨਹੀਂ ਗੀ। ਹਾਂਜੀ, ਔਰ ਇਹ ਤੁਹਾਨੂੰ ਕਹਿੰਦੇ ਕਿ ਤੁਸੀਂ ਚੌਲ ਨਾ ਖਾਓ, ਆਲੂ ਨਾ ਖਾਓ, ਬਿਲਕੁਲ ਜਿੱਦਾਂ ਘੱਟ ਕਰ ਦਿਓ। ਹਾਂਜੀ, ਨਾ ਮਾਤਰੀ ਕਰ ਦਿਓ, ਜਿੰਨੀ ਦੇਰ ਤੱਕ ਤੁਹਾਡੀ ਪ੍ਰੋਬਲਮ ਲੀਵਰ ਦੀ ਖਤਮ ਨਹੀਂ ਹੁੰਦੀ। ਇੰਨਾ ਕੁ ਪਰਹੇਜ਼ ਤਾਂ ਜ਼ਰੂਰ ਰੱਖਣਾ ਵਾ। ਤੇ ਬਾਕੀ ਆਲੂ ਬੁਖਾਰਾ ਬਹੁਤ ਗੁੱਡ ਆ, ਪਪੀਤਾ ਵੀ ਬਹੁਤ ਗੁੱਡ ਆ ਜੀ। ਰਾਈਟ, ਓਕੇ। ਸੋ ਇਹ ਲੀਵਰ ਵਾਸਤੇ ਟਰਾਈ ਕਰਕੇ ਦੇਖੋ। ਤੁਸੀਂ ਹੁਣ ਇਹ ਦੱਸੋ ਕਿ ਅੱਜ ਆਪਾਂ ਚਰਚਾ ਕਾਹਦੇ ਲਈ ਦੱਸੀਏ? ਗੁੱਡ ਹੈਲਥ ਵਾਸਤੇ ਦੱਸਾਂ ਕਿ ਹਾਰਟ ਵਾਸਤੇ ਦੱਸਾਂ ਕਿ ਕਈਆਂ ਨੂੰ ਡਾਇਰੀਆ ਹੁੰਦਾ ਵਾ? ਹਾਈ ਬਲੱਡ ਪ੍ਰੈਸ਼ਰ ਤੇ ਗੱਲ ਕਰ ਰਹੇ ਆਪਾਂ। ਹਾਈ ਜਿਹੜਾ ਬਲੱਡ ਪ੍ਰੈਸ਼ਰ ਹੈ ਨਾ, ਹਾਂਜੀ, ਤੁਸੀਂ ਕੀ ਕਰੋ ਕਿ ਮੈਂ ਜਿਹੜੀਆਂ ਮੈਂ ਗੱਲਾਂ ਕਹਿਣਾ ਪਿਆ ਵਾਂ, ਇਹ ਮੈਂ ਦਾਅਵੇ ਨਾਲ ਕਹਿਣਾ ਕਿ ਤੁਸੀਂ ਠੀਕ ਹੋ ਜਾਓਗੇ। ਇਹਨਾਂ ਬੰਦਿਆਂ ਨੂੰ ਹਾਈ ਬਲੱਡ ਪ੍ਰੈਸ਼ਰ ਹੈਗਾ ਵਾ, ਪਹਿਲਾਂ ਤੇ ਗਰਮ ਮਸਾਲੇ, ਗਰਮ ਚੀਜ਼ਾਂ ਖਾਣੀਆਂ ਛੱਡਣ। ਨੰਬਰ 1, ਦਾਰੂ ਦੂਰੂ ਵੀ ਖਾਣਾ ਪੀਣਾ ਛੱਡਣ। ਨੰਬਰ 2, ਮੀਟ ਵੀ ਘੱਟ ਕਰਨ, ਹਾਂਜੀ, ਛੱਡ ਦੇਣ। ਉਸ ਤੋਂ ਬਾਅਦ ਜਿੱਦਾਂ ਕਹ ਲਓ ਜਿਹੜੀਆਂ ਦਾਲਾਂ ਸਬਜ਼ੀਆਂ ਦੇ ਵਿੱਚ ਮਸਾਲੇ ਪਾਉਂਦੇ ਆ ਤੁਸੀਂ, ਉਹ ਵੀ ਘੱਟ ਕਰੋ। ਹਾਂਜੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸੁਭਾਅ ਹੈਗਾ ਗਰਮ ਹੈਗਾ। ਜਿਹੜੀ ਜਦ ਬਲੱਡ ਪ੍ਰੈਸ਼ਰ ਜਿਸ ਬੰਦੇ ਦਾ ਵੱਧਦਾ ਹੈਗਾ, ਅਸੀਂ ਗਰਮ ਚੀਜ਼ਾਂ ਖਾਵਾਂਗੇ ਤੇ ਉਹ ਫਿਰ ਉਹਨਾਂ ਦੇ ਨਾਲ ਵੱਧਦਾ ਹੈਗਾ ਵਾ। ਤੁਸੀਂ ਕੀ ਕਰੋ ਕਿ ਪਹਿਲਾਂ ਆ ਪਾਰਕ ਤਾਂ ਜਾਂਦੇ ਆ, ਇਹ ਸਰਦਾਰ ਭੈਣ ਜੀ ਤੁਸੀਂ ਵੀ ਕਰਨਾ ਜੋ ਮੈਂ ਦੱਸਣ ਲੱਗਾ। ਰਾਈਟ, ਓਕੇ। ਹਾਂਜੀ, ਤੁਸੀਂ ਕੀ ਕਰਨਾ ਕਿ ਜਦ ਤੁਸੀਂ ਮਾਰਨਿੰਗ ਟਾਈਮ ਦੇ ਉੱਤੇ ਪਾਰਕ ਵਿੱਚ ਵਾਕ ਕਰਨ ਲਈ ਜਾਂਦੇ ਆ ਨਾ, ਤੇ ਘਰੋਂ ਤੁਸੀਂ ਕੋਈ ਆਪਣਾ ਕੈਰੀਅਰ ਬੈਗ ਵਗੈਰਾ ਨਾਲ ਲੈ ਜਾਓ। ਘਾਹ ਦੇ ਉੱਤੇ ਘੱਟੋ ਘੱਟ 5, 7, 10 ਮਿੰਟ ਨੰਗੇ ਪੈਰੀ ਤੁਰੋ।
ਰਾਈਟ, ਘਾਹ ਦੇ ਉੱਪਰ ਉਹ ਜਿਹੜੀ ਤਰੇਲ ਪਈ ਹੁੰਦੀ ਆ ਨਾ, ਉਹ ਤੁਹਾਡੇ ਸਾਰੇ ਜਿਸਮ ਦੀ ਗਰਮੀ ਖਿੱਚ ਲੈਂਦੀ ਆ। ਰਾਈਟ, ਓਕੇ, ਹਾਂਜੀ। ਔਰ ਇਹ ਜਿਹੜੀ ਇਹ ਜਿਹੜਾ ਇਦਾਂ ਕਰਨ ਦੇ ਨਾਲ ਤੁਹਾਡੇ ਜਦ ਸਰੀਰ ਦੀ ਸਾਰੀ ਗਰਮੀ ਨਿਕਲ ਗਈ, ਤਪਸ਼ ਨਿਕਲ ਗਈ, ਤੇ ਤੁਸੀਂ ਆਪਣੇ ਆਪ ਨੂੰ ਬਹੁਤ ਤੰਦਰੁਸਤ ਮਹਿਸੂਸ ਕਰੋਗੇ। ਇਹਦੇ ਨਾਲ ਤੁਹਾਡੇ ਬ੍ਰੇਨ ਦਾ ਵੀ ਗਰਮੀ ਨਿਕਲਦੀ ਹੈ, ਸਾਰੀ ਬੋਡੀ ਦੀ ਵੀ ਨਿਕਲਦੀ ਹੈ, ਤੇ ਬਲੱਡ ਪ੍ਰੈਸ਼ਰ ਵੀ ਘਟਦਾ। ਸੋ ਆਪਾਂ ਨੰਗੇ ਪੈਰੀਂ ਘਾਹ ਦੇ ਉੱਪਰ 10-15 ਮਿੰਟ ਤੁਰਨਾ। ਬਸ ਤਰੇਲ ਪਈ ਹੋ ਜਾਂਦਾ ਨਾ, ਸਵੇਰੇ ਤੁਸੀਂ ਦੇਖਦੇ ਘਾਹ ਬੜਾ ਠੰਡਾ ਹੁੰਦਾ, ਤਰੇਲ ਪਈ ਹੁੰਦੀ ਆ। ਜੀ। ਸੋ ਇਹ ਇਦਾਂ ਵਾ ਕਿ ਜਦ ਤੁਸੀਂ ਨੰਗੇ ਪੈਰੀ ਘਾਹ ਦੇ ਉੱਤੇ ਤੁਰੋਗੇ, ਤੁਹਾਡੀ ਬੋਡੀ ਦੀ ਸਾਰੀ ਜਿਹੜੀ ਤਪਸ਼ ਆ ਉਹ ਨਿਕਲ ਜਾਏਗੀ, ਤੇ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਬਹੁਤ ਠੀਕ ਹੋ ਜਾਏਗਾ। ਨੰਬਰ 2, ਤੁਸੀਂ ਕੀ ਕਰਨਾ ਕਿ ਜਿਹੜੀ ਗ੍ਰੀਨ ਟੀ ਹੈਗੀ ਆ, ਹਾਂਜੀ, ਗ੍ਰੀਨ ਟੀ ਤਾਂ ਭੈਣ ਜੀ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ ਬਹੁਤ ਹੀ ਗੁੱਡ ਵਾ। ਰਾਈਟ, ਠੀਕ ਹੈ। ਇਹ ਜਿਹੜੀ ਗ੍ਰੀਨ ਟੀ ਆ ਨਾ, ਬਲਕਿ ਜ਼ਿਆਦਾ 3 ਵਾਰੀ ਲੈ ਲੈਣਾ। ਹਾਂਜੀ। ਔਰ ਇਹ ਜਿਹੜੀ ਗ੍ਰੀਨ ਟੀ ਦਾ ਇਹ ਫਾਇਦਾ ਹੈਗਾ ਕਿ ਤੁਹਾਡੀਆਂ ਜਿਹੜੀਆਂ ਹੋਰ ਵੀ ਬੋਡੀ ਦੀਆਂ ਬਿਮਾਰੀਆਂ ਵਾ ਉਹਨੂੰ ਵੀ ਬਾਹਰ ਕੱਢਦੀ ਆ। ਪਰ ਖਾਸ ਕਰਕੇ ਜਿੱਦਾਂ ਤੁਸੀਂ ਕਹਿੰਦੇ ਕਿ ਜਿਹਨਾਂ ਦਾ ਹਾਈ ਬਲੱਡ ਪ੍ਰੈਸ਼ਰ ਹੁੰਦਾ, ਜਿਹੜੀ ਗ੍ਰੀਨ ਟੀ ਆ ਇਹ ਤੁਹਾਡਾ ਲੋ ਬਲੱਡ ਪ੍ਰੈਸ਼ਰ ਕਰਦੀ ਆ। ਰਾਈਟ, ਠੀਕ ਹੈ। ਸੋ ਤਿੰਨ ਚੀਜ਼ਾਂ ਵੱਲ ਅਸੀਂ ਧਿਆਨ ਦੇਣਾ। ਹੁਣ ਦਵਿੰਦਰ ਵੀਰ ਜੀ, ਤੁਸੀਂ ਕਿਹਾ ਕਿ ਗਰਮ ਮਸਾਲੇ ਬੰਦ ਕਰਦੇ ਨੇ, ਤੇ ਘਾਹ ਉੱਤੇ ਨੰਗੀ ਪੈਰੀ ਤੁਰਨਾ 10-15 ਮਿੰਟ ਬਾਅਦ, ਸਵੇਰੇ ਪਰ। ਹਾਂਜੀ, ਸਵੇਰੇ ਗੁੱਕ ਦਾ ਪਾਕ, ਉੱਥੇ ਜਾ ਕੇ ਆਪਣੀ ਜੁੱਤੀ ਜਾਤੀ ਲਾ ਲਓ, ਕੈਰੀ ਬੈਗ ਚ ਪਾ ਲਓ, ਇੱਕ ਸਪੇਅਰ ਲੈ ਜਾਓ, ਬਸ ਘਾਹ ਦੇ ਉੱਤੇ ਜਾ ਕੇ ਦੇਖੋ ਸੀ ਤੁਹਾਨੂੰ ਖੁਦ ਨੂੰ ਮਹਿਸੂਸ ਹੋਊਗਾ ਕਿ ਮੇਰੀ ਬੋਡੀ ਦੇ ਵਿੱਚੋਂ ਗਰਮੀ ਜਾ ਰਹੀ ਆ, ਗਰਮੀ ਨਿਕਲ ਰਹੀ ਆ। ਪਰ ਜਿਹਨਾਂ ਦੇ ਗਾਰਡਨ ਵੱਡੇ ਹੈਗੇ ਆ, ਘਰ ਹੈਗੇ, ਅਗਰ ਜਿਹਨਾਂ ਨੇ ਘਰ ਵਧੀਆ ਲਾਇਆ ਹੋਇਆ, ਤੇ ਬਸ ਉਹ ਜਿਹੜਾ ਤਰੇਲ ਤੇ ਤੁਰਨਾ ਉਹ ਤਾਂ ਬਹੁਤ ਜ਼ਿਆਦਾ ਗੁੱਡ ਵਾ ਬੋਡੀ ਵਾਸਤੇ, ਬਹੁਤ ਹੀ ਜ਼ਿਆਦਾ। ਰਾਈਟ, ਹੁਣ ਉਹ ਕਰਤਾ ਤੁਸੀਂ ਸਾਨੂੰ ਬਿਜ਼ੀ। ਥੈਂਕ ਯੂ ਬਹੁਤ। ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ ਕਰਦੇ ਸਾਡੇ ਦਵਿੰਦਰ ਵੀਰ ਜੀ ਦਾ। ਤੁਹਾਡੀ ਗੱਲਬਾਤ ਕਰਾਣੀ ਐਸ ਵਨ ਆਫ ਦੀ ਟॉप आयुर्वेदिक कंसल्टेंट्स डॉक्टर कन्हूभाई पटेल जी ਦੇ ਨਾਲ। डॉक्टर कन्हूभाई जी आया ਨੂੰ सत श्री अकाल जी, जय श्री कृष्णा। हेलो, नमस्कार आपको सभी श्रोताजनों को भी। ठीक ठाक हो? ठीक ठाक है। ਉਹ ਸਾਡੇ ਡਾਕਟਰ ਠੀਕ ਹੋਣੇ ਚਾਹੀਦੇ, ਸਾਨੂੰ ਠੀਕ ਰੱਖੋਗੇ ਫਿਰ ਤੁਸੀਂ। Dr. Kannubhai, thank you for joining us. And at your surgery, what sort of treatments do you do? तो ये कोई भी टाइप की जो प्रॉब्लम है तो आयुर्वेद से हम कंट्रोल कर सकते हैं, प्रिवेंट कर सकते हैं, और सर्जिकल केस को छोड़कर, सर्जिकल इधर नहीं होते, कोई भी सर्जिकल केसेस है तो वो नहीं करते और रिफर कर देते हैं कि ये सर्जरी की जरूरत है। एग्जाम्पल है कि अपेंडिक्स हुआ तो ऐसा नहीं कि ये ऑयल लगा के ट्राई करो, कि वो टाइम सर्जरी की जरूरत है। नहीं, इमरजेंसी केसेस, एकदम किसी को स्ट्रोक हो गया, हार्ट फेल हो गया, तो वो टाइम इमरजेंसी की जरूरत है। तो 1-2 घंटे में इमरजेंसी ट्रीटमेंट करवानी चाहिए। कि ये घरेलू उपचार करते रहेंगे, ये करेंगे, ये ऑयल लगाएंगे, ये एडवाइजेबल नहीं है। तो श्रोताजनों को भी ये समझना बहुत जरूरी है कि कहाँ इमरजेंसी की जरूरत है कि नहीं। हमारे लोग क्या करते हैं, एक साल तक ये घरेलू किसी ने बताया तो वो करने लग जाता है, दूसरे ने बताया मैंने ये किया था तो वो करने लग जाता है, तो वो भी एडवाइजेबल नहीं है। क्योंकि राइट कि आयुर्वेद ऐसा नहीं कि इतना सिंपल साइंस है कि ये ले लो वो ले लो, क्योंकि ये भी बहुत डीप साइंस है ना। राइट वे से करे तो ही फायदा होता है। प्रकृति जाननी जरूरत हो जाती है, फिर रोग कहाँ है, कैसे है, कितनी एज है, लाइफस्टाइल क्या है, खाना पीना, वो भी बैलेंस करना जरूरी होता है। काफी कुछ सोच के फिर तुसी दवाई देने। जैसे सर्जन के पास जाते हैं तो आप ऐसा नहीं बोलते कि ये नाइफ से मेरे को ऑपरेशन कर दो, क्योंकि उसकी जो प्रोटोकॉल होती है कैसे ट्रीटमेंट देना। लेकिन आयुर्वेद में ऐसे लोग नहीं समझते हैं, वो सीधा मेरे को दवाई दे दो आयुर्वेदिक, बस ठीक हो जाए। सो डॉक्टर कन्हूभाई आगे तुसी हमारा ब्लड प्रेशर चढ़ा जाता है कई लोग। राइट, तुसी राइट थिंक कहिया समझाता हूँ। हार्ट फेलियर स्ट्रोक तो बचन ਲਈ ਜਿਨ੍ਹਾਂ ਦੇ ਬਲੱਡ ਪ੍ਰੈਸ਼ਰ ਨੀਚੇ ਨਹੀਂ ਜਾਂਦੇ, what are the causes of the high blood pressure? Yes, problem है what high blood pressure can do your body। आर्टरी डैमेज करते रहते हैं, एन्यूरिज्म, कोरोनरी हार्ट डिसीज होते हैं, हार्ट अटैक भी होने का शक्यता बढ़ जाती है। एनलार्ज हार्ट, बहुत से लॉन्ग टाइम से हमारा ब्लड प्रेशर हाई रहता है तो ये हार्ट को एनलार्ज कर देता है।
उससे फिर स्ट्रोक, हेमरेजिक स्ट्रोक, इस्चेमिक स्ट्रोक होने की शक्यता बढ़ जाती है। तो ये डिमेंशिया, ओल्डर एज में डिमेंशिया फिर होने लगता है। किडनी को बहुत मार पड़ता है तो किडनी डैमेज होने चालू हो जाती है। आंख का भी प्रॉब्लम होता है, सेक्स प्रॉब्लम्स ये भी होता है, क्योंकि ये हार्मोनल लेवल में भी प्रॉब्लम आ जाता है। स्लीप एपनोइया, रात को नींद नहीं आती, ये भी प्रॉब्लम रहता है। So how regularly should we check our blood pressure? हाई ब्लड प्रेशर को कैसे कंट्रोल करें? सिंपल जो मैं बताता हूँ कि एक तो सॉल्ट इनटेक कम कर देना है। सभी ब्लड प्रेशर वाले को ये रिक्वेस्ट, लूण बंद करो। लूण बंद करो, राइट, ओके। क्योंकि दवाई भी खाते रहते हैं ने, टेस्टी चाहिए फिर तो ऊपर से सॉल्ट डालते हैं। चाय में शुगर भी 1 स्पून की बदले 2-3 शुगर डाल देते हैं। एंगर, वरी, स्ट्रेस, लॉनलीनेस, ये सभी ब्लड प्रेशर को बढ़ाता है। नहीं, अभी ये 2-3 सालों में जो हमने देखा तो बहुत से लोगों को ब्लड प्रेशर भी हाई हो गया, शुगर लेवल भी कंट्रोल में नहीं रहती, खाने पीने में भी कई दफा एक्सेसिव खाते रहते हैं, तो ये ध्यान रखना है। थायराइड प्रॉब्लम हो तो उसको भी बैलेंस रखना है। जो डॉक्टर की दवाई जो दी होए तो एकदम बंद नहीं करनी है, क्योंकि एकदम बंद कर देने से जो ब्लड प्रेशर हाई गया, क्योंकि उसका कई दफा साइन नहीं होता, चेस्ट पेन भी नहीं होता, हेडेक भी नहीं होता, कुछ भी नहीं होता, साइलेंट किलर है। ਰਾਈਟ, ਓਕੇ। ਸੋ ਜਿਹੜੇ ਹਾਈ ਬਲੱਡ ਪ੍ਰੈਸ਼ਰ ਦੇ 1-2 ਮੈਸੇजेस ਆਏ, ਕਹਿੰਦੇ ਕਿ ਅਸੀਂ ਟੈਬਲੇਟਸ ਦੇ ਉੱਤੇ ਆ, ਡਾਕਟਰ ਦੇ ਕੋਲੋਂ ਮੈਡੀਕੇਸ਼ਨ ਵੀ ਲਈ ਹੈ, ਪਰ ਜਿਹੜਾ ਸਾਡਾ ਬਲੱਡ ਪ੍ਰੈਸ਼ਰ ਹੈ ਉਹ ਘਟਦਾ ਨਹੀਂ ਹੈਗਾ। सो उन्होंने की करना चाहिए? स्ट्रेस होए तो वो कम कर देना चाहिए। जो प्राणायाम 10-15 मिनट प्राणायाम, लोम, अनुलोम विलोम, उसमें 1 कॉस्ट पेनी का भी खर्चा नहीं है, लेकिन ये रेगुलरली करना है। उससे बहुत आराम हो जाता है। जब प्रेशर जब मेजर करे तब बाद में जो हाई हुए तो 10 मिनट लाई डाउन होना है। राइट, ओके। सो जाओ, लम्बे पै जाओ, लम्बे बनना, नींद नहीं निकालनी। और प्राणायाम चालू करो। एक लेफ्ट नोस्ट्रिल से ब्रीथ इन करना है, राइट नोस्ट्रिल से निकालना है। राइट, ओके। तो ये 10 मिनट में आपको डेफिनेटली फायदा हो जाता है। ने बहुत से होम रेमेडीज में चालू करना हो तो धनिया का हर्बल टी बना के चालू करो, वो पी सकते हैं, आधा ग्लास पी लो। शुगर ऐसा कुछ नहीं डालना अंदर। फ्रेश धनिया लेके और फ्रेश धनिया मिले तो, फ्रेश ना हो तो ड्राई तो घर में होता ही है। राइट, ओके। तो वो चालू कर दो ने 2 दफा पीना है, आधा ग्लास। उसमें सिनेमन पाउडर भी डाल सकता है, तज का पाउडर। तो वो क्या है कि आर्टरी को क्लीन रखती है सिनेमन, तो वो रेगुलर पीना है। चाहे कोई भी मेडिसिनल लेते हैं तो भी ये प्रयोग तो आप कर सकते हैं। ਸੋ ਜੇ ਜਿਹਨੂੰ ਵੀ ਹਾਈ ਬਲੱਡ ਪ੍ਰੈਸ਼ਰ ਜਦੋਂ ਦੇਖਿਆ ਬਲੱਡ ਪ੍ਰੈਸ਼ਰ ਹਾਈ ਹੈ ਤੇ ਉਸੇ ਵੇਲੇ ਲੰਮੇ ਪੈ ਜਾਣ ਤੇ ਸਾਹ ਦੀ ਐਕਸਰਸਾइज ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦੇਣ 10 मिनट। फिर 1 घंटे के बाद फिर मेजर कर लो, स्ट्रेस कम कर दो, मेडिटेशन से माइंड को कंट्रोल करो। बहुत घबराने का जरूरत नहीं है, क्योंकि प्रेशर वाले फिर घबराते भी बहुत रहते हैं। फिर शौक लगता है, मेरा 80, 190 हो गया, देन दे रिंग अप ना, तो उसको डाउन लाना जरूरी है। राइट, ओके। सो लम्बे पै के साह दी एक्सरसाइज, दूसरा धनिया दी जेडी चाह बना के ओ पीन दे नाल, वो थोड़ी पीना है। और कॉफी है, स्पाइसी चीज है, गरम मसाला है, पित्त बढ़े, ये पित्त का रोग है। हमने ये 3 सिस्टम को समझना जरूरी है आयुर्वेद के लिए। गरम चीज़ा नहीं खानी, गरम चीज, क्योंकि ये पित्त का रोग है। पित्त एनर्जी विकृत हुई है, आर्टरी वीक हो रही है हार्ट की, बॉडी की, तो आर्टरी को क्लींजिंग भी रखना जरूरी है। तो हमने जो सारी लाइफ गलत खान पान स्ट्रेस से लाइफ निकाली तो उसकी इफेक्ट हुई है। हमने कितने सालों से ये बिगाड़ी है। तो ओवरनाइट की एक रेमेडी से तुरंत नहीं फायदा होएगा, उसको मैनेजमेंट करके उसको धीरे धीरे आपको मैनेज करना है। ਡਾਕਟਰ ਕਨੂ ਭਾਈ, ਤੁਸੀਂ ਉਹਨੇ ਕਿਹਾ ਗਰਮ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ, ਤੇ ਮੈਸੇਜ ਆਇਆ ਸੀਗਾ ਕਿ ਜਿਸ ਤਰ੍ਹਾਂ ਹੁਣ ਫਿਸ਼ ਹੁੰਦੀ ਹੈ, ਫਿਸ਼ ਗਰਮ ਹੁੰਦੀ ਹੈ, ਤੇ ਹਾਈ ब्लड प्रेशर पेशेंट मॉडरेट फिर ने कैसा कितना खाना वो भी बताया है कि मॉडरेशन में खाना है। फिश बताई है तो ऐसे नहीं कि रोज फिश ही खाते रहो, कि गरम चीजें खाते रहो।
सो ਉਹਦੇ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ। हाँ, तो स्मॉल अमाउंट करना है ना। टेक अवे बाहर का खाना बंद, ऑयल बहुत डालते हैं तो वो कम, ग्रिल करके खाओ। राइट। फूड तेल, लून ते तेल घटा दो। हाँ, सॉल्ट ऊपर ना डालो, जीरा पाउडर डालो, टर्मेरिक डालो, जिंजर डालो अंदर, तो टेस्ट भी आएगा और बेनिफिट भी होएगा। ਸਾਡੇ ਦਵਿੰਦਰ ਵੀਰ ਜੀ ਨੇ ਹੁਣੀ ਦੱਸਿਆ ਆ, ਕਹਿੰਦੇ ਕਿ ਜੇ ਹਾਈ ਬਲੱਡ ਪ੍ਰੈਸ਼ਰ ਹੋਵੇ ਘਾਹ ਉੱਪਰ ਜਾ ਕੇ ਨੰਗੇ ਪੈਰੀ ਤੁਰੋ, वॉक बेयर फीट। ये भी नेचर क्योर में आता है कि डायरेक्ट ये प्रयोग करने से भी उसमें शीतलता मिलती है ना, कूलिंग इफेक्ट। राइट। तो वो भी कर सकते हैं, लेकिन जो कई दफा जो बाहर चल भी नहीं सकता, ऐसी हालत हो जाती है, बेड बाउंड हो जाता है, बहुत हाई ब्लड प्रेशर होए ना जी, तो वो ध्यान में रख के, क्योंकि फिर बाहर भी गिर गए तो ये भी प्रॉब्लम है। तो अपनी अपनी सिचुएशन कैसे है, हेल्थ एंड सेफ्टी का थोड़ा विचार करके फिर चालू रखना है ना, क्योंकि जो चल सकने की भी जो हालत ना होए, उसको बुलाएंगे कि जा जॉगिंग करके आए कि चल के आए, तो वो भी एडवाइजेबल नहीं है। तो अपनी अपनी कंडीशन देख के फिर किसी को साथ में रख के फिर चलो ना, ना जो फिर गिर ना जाए। बहुत हाई ब्लड प्रेशर हो तो गिरने की भी शक्यता हो जाती है। ਸੋ ਜੇ ਜਿਨ੍ਹਾਂ ਨੂੰ ਡਾਕਟਰ ਕਨਵਾਈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਆ, ਕੀ weight ਦੇ ਨਾਲ ਵੀ ਕੋਈ ਫਰਕ ਪੈਂਦਾ ਆ? या वेट के साथ भी, क्योंकि ओवरवेट को कोई भी ट्रीटमेंट देना भी उसके लिए मुश्किल है। अभी 3 पर्सन है, मॉडरेट वजन वाला, पतला और बड़ा। राइट। तो जो पतला और मीडियम रेंज वाला है उसको दवाई भी जास्ती इफेक्ट करेगी और जल्दी काम करने लगेगी, क्योंकि जहाँ जो बॉडी सेल्स को वहाँ पहुँचना कई दफा टाइम लगता है सेल्स को। तो वजन तो सभी रोगों में, ऐसा नहीं कि ये ब्लड प्रेशर में ही। आर्थराइटिस है तो घुटनों पे वजन आएगा जो हैवी वेट है, तो और डैमेज रहता है जास्ती। इवन ऑपरेशन के बाद भी जो हैवी वेट है उसको हीलिंग में टाइम लगेगा। सो डॉक्टर कनु भाई, जो वेट कंट्रोल जिन्हों ने अपना भार घटाना आ, सो ਜਿਹੜੀ ਤੁਸੀਂ ਅੱਗੇ ਇੱਕ ਵਾਰੀ ਸਾਨੂੰ ਕਿਹਾ ਸੀਗਾ ਕਿ ਖਿਚੜੀ डाइट ਉਹ ਨਾਲ ਉਹਦੇ ਨਾਲ ਭਾਰ ਘਟ ਜਾਂਦਾ, सो हाउ डू यू डू दैट? हम जो एक्स्ट्रा जो खाते हैं तो उसका क्या है कि फैट में कन्वर्ट हो जाता है, तो तली हुई चीजें बंद कर देनी चाहिए। राइट। ओके। और सिंपल फूड खाना है, ऐसा नहीं कि सभी नहीं खाना है। बहुत सी चीजें ऐसी है कि आप स्मॉल अमाउंट यूज कर सकते हैं। थोड़ी फ्रूट खा सकते हैं, खिचड़ी खा सकते हैं, रोटी भी खा सकते हैं, लेकिन 1 के 2 जास्ती नहीं खाओ। आपका डाइजेशन पावर के ऐसा है उसके हिसाब से। सो फ्रूट ਦੇ ਉੱਪਰ ਇੱਕ ਸਵਾਲ ਆਇਆ ਸੀਗਾ ਕਿ ਅਸੀਂ ਸਾਰੇ ਫਰੂਟ ਕੱਟ ਕੇ ਮਿਕਸ करके खाना के नहीं खाना। जी, ये भी एक डिबेटेबल थिंग है, लेकिन आयुर्वेद क्या बोलता है कि कोई भी फ्रूट भी मीठा है, खट्टा है, मिक्स करके ना खाए तो मच बेटर। सो आयुर्वेदिक के हिसाब दे नाल नहीं ठीक है, मिक्स नहीं करना। अभी एप्पल खा लिया, ओके, बाद में थोड़ा टाइम के लिए आप पेयर के ऐसा खा सकते हैं, अंदर मिल्क डाल के खाते हैं तो विरुद्ध आहार बताया है आयुर्वेद में। कि फिश खाया और फ्रूट और दूध पिया तो वो विरुद्ध आहार, फलवरी, स्किन प्रॉब्लम के फुलवैरी हो जाती है। हाँ, तो इसीलिए क्योंकि विरुद्ध आहार बताया है उसमें, मिक्स करके खाते हैं। जैसे पिज्जा, वो भी आयुर्वेद के हिसाब से विरुद्ध आहार है, अंदर चीज आती है, मैदा आता है, फिर फ्लेवरिंग आती है, तो विरुद्ध आहार है कि बहुत ना खाए तो जैसे भार घटाना है तो फिर पिज्जा, बर्गर, जंक फूड अवॉइड ही करे तो बेटर। सो जिन्हों ने भार घटाना, जस्ट क्विकली देन मतलब कि वो जेडी खिचड़ी डाइट है, मूंग का पानी है, राइट, ओ किस तरह मतलब कि वो यूज करनी है? खिचड़ी तो सिंपल आप एवरी डे भी खा सकते हैं, स्मॉल अमाउंट। राइट, खिचड़ी सवेरे, दोपहर, शाम। एवरी डे हमको अच्छा नहीं लगता ना, तुमको भी नहीं, मेरे को भी नहीं, तो फिर 2 दिन खिचड़ी वीक में रखो। राइट। मूंग का पानी, जीरा पाउडर ने वो डाल के, मूंग का पानी 2-3 दफा। मूंगी दी दाल दा पानी जेड़ा है वो, तो उससे मूंग की दाल इतनी इफेक्टिव है, उसका पानी बेस्ट प्रोटीन है, मीट से भी अच्छी ताकत देता है। हमने 6 मंथ तक आयुर्वेद हॉस्पिटलों में खिचड़ी डाइट और उसके ऊपर रखते हैं, तो डाइजेस्टिव सिस्टम का रोग नेचुरल रीते विदाउट मेडिसिन कम होने लगता है।
लेकिन हम क्या करते हैं कि बॉडी क्लॉक को नहीं देखते, भूख लगे तब खाना चाहिए, लेकिन हम क्या करें, अभी 12 o'clock हो गया, 1 o'clock हो गया, खाना खा लो बैठ जाओ खाना। फिर अच्छा होए, अभी शादी में गए तो अनलिमिटेड खाते हैं जितना भी खा सके, तो फिर 2-3 दिन आराम करना चाहिए कि कम खाओ दूसरे दिन। राइट, देख लो सर एडवाइस कि बॉडी आपकी कैसी, डाइजेस्टिव सिस्टम कैसा है। हम ओवरलोड कर देते हैं ने फिर धीरे धीरे वो टॉक्सिक मटेरियल में परिणत होता है। सो डॉक्टर कन भाई, मूंगी दी दाल केड़ी साबत के दूसरी दाल? छिलके वाली भी बहुत अच्छी है। सो घटाउण वास्ते केड़ी? लेकिन जिसको डायरिया के ऐसा होता है तो उसको प्लेन छिलके विदाउट छिलके वाली भी मूंग की दाल मिलती है, तो वो यूज करना चाहिए। जिसको पतला पानी जैसा डायरिया हो जाता है, कोलाइटिस है, तो उसको फाइबर कम खाना है। राइट, ओके। सो आईबीएस आईबीएस, हाँ, तो उसको ध्यान में रखना है कि कैसे यूज करना है। सो उन्हें वास्ते दाला नहीं ठीक फे, बहुत छिलके वाली, क्योंकि फाइबर है ना। इवन वेजिटेबल भी आप पालक की भाजी के स्पिनिच की भाजी जास्ती खा लोगे तो वो डायरिया करेगी, क्योंकि लेक्सेटिव इफेक्ट, विटामिक्स 2-3 जास्ती खा लिया तो वो भी लेक्सेटिव से हिसाब से डायरिया हो जाएगा। राइट, ओके। वो सभी के लिए नहीं है कि इंडिविजुअल केसेस में। सो हाई ब्लड प्रेशर वालियां दी ਜਿਹੜੀ ਤੁਸੀਂ ਐਡਵਾਈਸ ਦਿੱਤੀ ਹੈ, ਥੈਂਕ ਯੂ ਸੋ ਮਚ। ਸੋ ਸਾਨੂੰ ਕਦੋਂ ਫਿਕਰ ਕਰਨਾ ਚਾਹੀਦਾ ਕਿ ਮੇਰਾ ब्लड प्रेशर बहुत हो गया है ਹੁਣ? हाँ, तो जो हेडेक होने लगे, कन्वल्जन जैसा भी कई दफा होने लगता है, सीवियर हेडेक होने लगे, चेस्ट पेन हो जाए, पसीना हो जाए, जी, वो बहुत सीरियस है। ਤੇ रीडिंग कितनी चाहिए साडी? रीडिंग ऐसे जो नॉर्मल रेंज क्या है, जितनी एज प्लस 100, वो पहले का ये रूल्स था। लेकिन अभी गवर्नमेंट और ड्रग कंपनी क्या कर रही है, इवन डॉक्टर्स भी इधर, के ये फिगर डाउन कर रही है। right. तो 80, 120 जब ये यंग एज की फिगर है, राइट, ओके। तो यंग एज में इतना होएगा 80, 120, लेकिन हम जब हमारा मेजर करते हैं तो 140, 150 तक बहुत वरी करने की जरूरत नहीं है। पर जे 150 तो ऊपर होवे, फिर ऊपर से होए तो थोड़ा माइल्ड है। प्लस एग्जांपल, मेरी एज है 60 इयर्स अभी, राइट, 67, तो 167 तक वरी करने की जरूरत नहीं है। सो जे ਤੁਹਾਡੀ एज नॉर्मल, हाँ, जे ਤੁਹਾਡੀ एज मेरा 160, 85 आए तो बहुत घबराने की जरूरत नहीं है। जे ਤੁਹਾਡੀ एज से मतलब कि 75 है, हाँ, तो 170 तक, 75 तक बहुत घबराने की जरूरत नहीं है। पर हाई नहीं हो जाता मशीन के ऊपर से रेड बहुत ऐसा रहता है, तो वो जो है 170 तक चल सकता है, कोई प्रॉब्लम ना होए तो। राइट, ओके। नीचे का 80, 70 और 85 के बीच, 70 और 80, हाँ, तो ऐसे ये सभी इंडिविजुअल केसेस हैं। सो ओदे नालो जेड़ा मतलब देयर 3 फिगर्स ऑन देयर, या लास्ट वन जो आता है वो पल्स होता है। राइट, ओके। 60 और 70, राइट, ओके, चलो ठीक है। सिस्टोलिक, ऊपर का सिस्टोलिक, डायस्टोलिक और पल्स। वेरी गुड। ने ये कई दफा हम बहुत मेजर करते हैं तो भी घबराते रहते हैं कि इतना बढ़ गया, लेकिन कोई सिम्टम न हो ने फिर रेस्ट ने उससे आ जाता है तो बहुत घबराने की जरूरत नहीं है। राइट, ओके। डॉक्टर कनक भाई, दवाई कौन कौन सी खाते हैं वो भी ध्यान रखना है। कई लोग क्या करते हैं कि जो अभी ठीक है तो वो गोली बंद कर देते हैं 2-3 दिन, वो गलत है। जो दिया हो रेगुलर खाते रहो, दवाई डॉक्टर के ऊपर बहुत मत जाओ, क्योंकि हम वरीज से बढ़ा देते हैं फिगर। अभी आप चिंता में जब डॉक्टर के पास जाते हैं तब भी ये हाई बताते हैं कई दफा, क्योंकि वो डॉक्टर की पास जाने का है, वरीज है, तो फिर ये फॉल्स रीडिंग बताते हैं। राइट, सो जिन्होंने भी हाई ब्लड प्रेशर है, हाँ, बहुत से जो नेचुरल में भी है, हमारे में मुक्तावटी है, ब्लड प्रेशर कंट्रोल। कौन सी टी है? अर्जुना हार्ट और उसके आर्टरी को, ब्लड प्रेशर को बहुत ताकत देता है, तो वो लेना चाहिए, उसमें कोई हार्म नहीं है।
क्या अर्जुना? अर्जुना हर्बल टी भी मिलती है, टैबलेट भी मिलती है, कैप्सूल भी मिलती है, उसका रूट्स छाल भी मिलती है। तो चाय की तरह ऐसे रूटीन हैबिट कर सकते हैं। सो हाई ब्लड प्रेशर पेशेंट्स वास्ते अर्जुना बहुत इफेक्टिव। ते ओदी हर्बल टी भी मिलती, टी भी ले सकते हैं ने। फिर तो डॉक्टर की कौन कौन सी दवा है उसके साथ हिसाब से फिर एडजस्ट कर सकते हैं। राइट, ओके, थैंक यू सो मच। सो यू नो व्हाट अबाउट ग्रीन टी? ग्रीन टी पी सकते हैं, लेकिन बहुत भी नहीं, कोई भी मॉडरेशन में है। चाय पीना है तो ऐसा नहीं कि सारा दिन 4-5 कप वो ही पीते रहे। चाय पियो ना, थोड़ी पियो पानी। एक सुबह में एक शाम को, जैसे 2 आपकी हैबिट है, क्योंकि हम यूज टू हो गए। चाय नहीं मिले तो और हेडेक होने लगती है कई लोगों को। थैंक यू सो मच। चाय नहीं पीते तो टॉयलेट में नहीं आती, तो वो ये रूटीन हो गया है, तो उसको एकदम हम अननेसेसरी बंद करने की जरूरत नहीं है। जिसको बहुत एसिडिटी है, अल्सर है, तो फिर वो नहीं पिए तो बेटर। ल्यूकवार्म पानी पीते रहो, एक गुटड़े। और पानी स्वाद नहीं लगता है, की करिए? या सो पानी ऊपर ही रही है ना? नहीं, पानी बहुत बेस्ट डिटॉक्सिफिकेशन है। राइट, ओके। सो जल थेरापी से कितने। सो व्हाट अबाउट पीपल हु पुट लेमन इन द वाटर? लेमन सभी को सूट नहीं करता है, तो जो सूट करते हैं वो ले सकते हैं। विटामिन सी है, लेकिन कई लोगों को एसिडिक इफेक्ट आती है। थैंक यू डॉक्टर कनुभाई, विल टॉक टू यू अगेन नेक्स्ट टाइम। आभार। हेलो, सत श्री अकाल जी, पंजाब रेडियो। हेलो, सत श्री अकाल जी। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ ਗਦਾਰ ਭੈਣ ਜੀ, ਮੈਂ ਪੁੱਛਣਾ ਸੀਗਾ, ਹੁਣ ਦੱਸਿਆ ਸੀ ਕਿਸੇ ਭਰਾ ਨੇ ਵੀ ਉਹ ਅੱਖਾਂ ਦੀ ਨਿਗਾਹ ਵਾਸਤੇ ਨਾ ਬਦਾਮ ਤੇ ਕਾਲੀ ਮਿਰਚ ਤੇ ਇੱਕ ਤੀਜੀ ਚੀਜ਼ ਕਿਹੜੀ ਦੱਸੀ ਸੀ, ਉਹ ਨਹੀਂ ਸਮਝ ਲੱਗੀ। ਰਾਈਟ, ਓਕੇ। ਬਦਾਮ 100 ਗ੍ਰਾਮ ਬਦਾਮ, ਹਾਂਜੀ, ਤੇ ਉਹਦੇ ਚ 50 ਗ੍ਰਾਮ ਕਾਲੀਆਂ ਮਿਰਚਾਂ, ਹਾਂਜੀ, ਤੇ 50 ਗ੍ਰਾਮ ਗੁੜ। ਸੌਰੀ, ਉਹ ਕਹਿੰਦੇ ਸੀ 250 ਗ੍ਰਾਮ ਬਦਾਮ ਕਰ ਲਿਓ। ਅੱਛਾ ਜੀ, 250 ਬਦਾਮ ਤੇ 50 ਗ੍ਰਾਮ ਕਾਲੀਆਂ ਮਿਰਚਾਂ ਤੇ 50 ਗ੍ਰਾਮ ਗੁੜ। ਅੱਛਾ ਜੀ, ਇਹ ਗੁੜ ਦੀ ਸਮਝ ਨਹੀਂ ਸੀ ਲੱਗੀ, ਮੈਂ ਕਿਹਾ ਪਤਾ ਨਹੀਂ ਤੀਸਰੀ ਚੀਜ਼ ਕਿਹੜੀ ਹੈ। ਇਹਦੇ ਮਤਲਬ ਸਾਰਾ ਮਿਕਸ ਕਰਕੇ ਤੇ ਚਾਹ ਦੇ ਨਾਲ ਫਿਰ ਕਹਿੰਦੇ ਅੱਧਾ ਚਮਚਾ ਮਤਲਬ ਕਿ ਖਾ ਕੇ ਦੇਖਿਓ ਤੁਸੀਂ। ਤੇ ਜਦੋਂ ਤੁਹਾਡੀ ਨਿਗਾਹ ਇੱਕਦਮ ਹੋ ਗਈ ਨਾ ਠੀਕ, ਸਾਨੂੰ ਫੋਨ ਕਰਕੇ ਦੱਸ ਦਿਓ, ਆਪਾਂ ਵੀਰ ਜੀ ਨੂੰ ਦੱਸ ਦਈਏ ਤਾਂ ਕਿ ਐਨਕਾਂ ਲੱਗ ਗਈਆਂ। ਥੈਂਕ ਯੂ ਭੈਣ ਜੀ, ਜ਼ਰੂਰ ਦੱਸਾਂਗੇ। ਓਕੇ ਮੇਰੀ ਭੈਣ। ਹਾਂਜੀ, ਓਕੇ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਸਾਡੀ ਭੈਣ ਦਾ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਰੇਡੀਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੇਰੇ ਵੀਰ। ਹਾਂਜੀ, ਕੀ ਹਾਲ ਹੈ? ਮੈਂ ਠੀਕ ਠਾਕ, ਵਧੀਆ। ਮੈਂ ਕੁਲਦੀਪ ਸਿੰਘ ਬੋਲਦਾ ਜੀ। ਹਾਂਜੀ ਜੀ, ਆਇਆਂ ਨੂੰ ਕੁਲਦੀਪ ਵੀਰ ਜੀ। ਹਾਂਜੀ, ਤੇ ਜਿੱਦਾਂ ਵੀ ਪੈਰ ਬੜੇ ਮੱਚਦੇ ਆ, ਜਿੱਦਾਂ ਕੋਈ ਲੇਡੀ ਹੈ, ਮਦਰ ਜੀ ਮੇਰੀ 82 ਜੀ ਹੈ, ਪੈਰ ਉਹਦੇ ਬਹੁਤ ਮੱਚਦੇ ਆ, ਜਿੱਦਾਂ ਵੀ ਪੈਰ ਸੜਦੇ ਆ ਥੱਲਿਓਂ, ਹਨਾ? ਹਾਂਜੀ, ਉਹਦਾ ਕੋਈ ਜਮਾਇਆ ਹੋਇਆ ਨੁਕਸਾ ਕੋਈ ਵੀਰ ਦੱਸੇ? ਕੋਈ ਨਹੀਂ, ਆ ਜਾਣਾ ਸਾਡੇ ਵੀਰਾਂ ਨੇ, ਭੈਣਾਂ ਨੇ ਹੁਣੇ ਤੁਹਾਨੂੰ ਦੱਸ ਦੇਣਾ ਪੈਰ ਥੱਲਿਓਂ ਸੜਦੇ ਹੋਣ। ਬਹੁਤ ਮਿਹਰਬਾਨੀ ਹੋਊਗੀ। ਹਾਂਜੀ, ਉਹਨਾਂ ਨੇ ਮਤਲਬ ਕਿ ਵਿਟਾਮਿਨ B12 ਟਰਾਈ ਕੀਤਾ, ਕਿਉਂਕਿ ਉਹ ਲਾਸਟ ਟਾਈਮ ਇੱਕ ਭੈਣ ਨੇ ਕਿਹਾ ਸੀਗਾ ਕਿ ਉਹਨੂੰ ਕਾਫੀ ਫਰਕ ਪੈ ਗਿਆ ਸੀ ਉਹਦੇ ਨਾਲ। ਅੱਛਾ, ਵਿਟਾਮਿਨ B12 ਕੰਪਲੈਕਸ ਟੈਬਲੇਟਸ ਖਾਣ ਦੇ ਨਾਲ ਨਾ। ਅੱਛਾ, ਹਾਂਜੀ। ਤੇ ਪਰ ਕੋਈ ਨਹੀਂ, ਆਪਾਂ ਡਾਕਟਰਾਂ ਨੂੰ ਵੀ ਪੁੱਛ ਲਾਂਗੇ ਮੇਰੇ ਵੀਰ, ਤੇ ਜਿਹੜੇ ਸਾਡੇ ਸੁਣਨੇ ਵਾਲੇ ਆ ਜਿਨ੍ਹਾਂ ਦੇ ਪੈਰ ਥੱਲਿਓਂ ਸੜਦੇ ਸੀ ਤੇ ਠੀਕ ਹੋਏ ਆ, ਕਿਸ ਤਰ੍ਹਾਂ ਹੋਏ, ਉਹਨਾਂ ਨੂੰ ਪੁੱਛਦੇ ਆ। ਬਹੁਤ ਮਿਹਰਬਾਨੀ ਹੋਊਗੀ। ਥੈਂਕ ਯੂ ਮੇਰੇ ਵੀਰ, ਥੈਂਕ ਯੂ ਸੋ ਮਚ। ਆਪਣਾ ਖਿਆਲ ਰੱਖਿਓ। ਥੈਂਕ ਯੂ ਸਾਡੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਦੇ। ਜਿਹੜੇ ਮੇਰੇ ਵੀਰ ਜੀ ਕਹਿ ਕੇ ਗਏ ਨਾ ਤਲੀਆਂ ਸੜਦੀਆਂ ਵਾ, ਹਾਂਜੀ, ਇਹਨਾਂ ਨੂੰ ਚਾਹੀਦਾ ਹੈਗਾ ਕਿ ਆਪਣਾ ਘੀਆ ਕੱਦੂ ਲੈ ਕੇ ਨਾ, ਹਾਂਜੀ, ਘੀਆ ਕੱਦੂ ਲੈ ਕੇ ਤੇ ਆਪਣੇ ਬੱਚਿਆਂ ਨੂੰ ਕਹਿਣ ਤਲੀਆਂ ਦੇ ਵਿੱਚ ਝੱਸਣਾ ਜੀ, 15-20 ਮਿੰਟ। ਘੀਆ ਕੱਦੂ ਤਲੀਆਂ ਤੇ ਝੱਸਣਾ? ਹਾਂਜੀ, ਤਲੀਆਂ ਤੇ ਝੱਸਣ ਦੇ ਨਾਲ ਜਿਹੜੀ ਇਹਨਾਂ ਦੀ ਪੈਰਾਂ ਦੀ ਗਰਮੈਸ਼ ਵਾ ਉਹ ਜਲਣ ਘਟ ਜਾਏਗੀ ਔਰ ਗਰਮੀ ਨਿਕਲੇਗੀ। ਬਾਕੀ ਤਰੇਲ ਵਾਲੇ ਘਾਹ ਦੇ ਉੱਤੇ ਤੁਰਿਆ ਕਰਨ ਸਵੇਰੇ। ਥੈਂਕ ਯੂ ਮੇਰੇ ਵੀਰ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਵੀਰ ਦਵਿੰਦਰ ਜੀ ਦਾ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਪੰਜਾਬ ਰੇਡੀਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਸ਼ੂਗਰ ਦਾ ਪਤਾ ਕਰੋਗੇ, ਸ਼ੂਗਰ ਕਾਹਦੇ ਨਾਲ ਹਟੂਗੀ? ਰਾਈਟ, ਓਕੇ। ਸ਼ੂਗਰ ਦੇ ਉੱਪਰ ਅੱਜ ਆਪਾਂ ਹਾਈ ਬਲੱਡ ਪ੍ਰੈਸ਼ਰ ਦੇ ਉੱਪਰ ਗੱਲ ਕੀਤੀ ਹੈ, ਅਗਲੇ ਹਫਤੇ ਆਪਾਂ ਸ਼ੂਗਰ ਦੇ ਉੱਤੇ ਗੱਲ ਕਰ ਰਹੇ ਹਾਂ। ਸੋ ਆਪਾਂ ਜਿਹੜੇ ਡਾਕਟਰ ਜ਼ਰੂਰ ਉਹਨਾਂ ਨੂੰ ਵੀ ਪੁੱਛਾਂਗੇ ਕਿ ਇਹ ਜਿਹੜੀ ਸ਼ੂਗਰ ਕਿੱਦਾਂ ਕੰਟਰੋਲ ਕਰੀਏ ਆਪਣੀ। ਹਾਂਜੀ, ਓਕੇ ਮੇਰੀ ਭੈਣ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਕਰਦੇ ਸਾਡੀ ਭੈਣ ਦਾ। ਅਗਲੇ ਹਫਤੇ ਆਪਾਂ ਸ਼ੂਗਰ ਵੱਲ ਚੱਲਾਂਗੇ। ਅੱਜ ਚੱਲਦੇ ਹਾਈ ਬਲੱਡ ਪ੍ਰੈਸ਼ਰ ਦਾ। ਜੇ ਤੁਹਾਡੇ ਕੋਲ ਕੋਈ ਨੁਸਖਾ ਹੈਗਾ ਤੇ ਪਲੀਜ਼ ਚਲੇ ਆਓ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਪੰਜਾਬ ਰੇਡੀਓ। ਸਤਿ ਸ਼੍ਰੀ ਅਕਾਲ ਜੀ। ਮੈਂ ਪਤਾ ਕਰਨਾ ਚਾਹੁੰਦਾ ਸੀ, ਡਾਕਟਰਾਂ ਦਾ ਪ੍ਰੋਗਰਾਮ। ਹਾਂਜੀ। ਕੋਈ ਖਾਜ ਸਰੀਰ ਤੇ ਹੁੰਦੀ, ਉਹਦੇ ਬਾਰੇ ਕੋਈ
ਖਾਰਿਸ਼ ਸਰੀਰ ਤੇ ਉੱਪਰ ਹੁੰਦੀ ਹੋਵੇ? ਹਾਂਜੀ, ਸਾਰੇ ਸਰੀਰ ਤੇ। ਸਾਰੇ ਸਰੀਰ ਤੇ। ਤੁਸੀਂ ਡਾਕਟਰ ਦੇ ਕੋਲੋਂ ਦਵਾਈ ਲਈ ਹੈ? ਹਾਂਜੀ ਲਈ ਹੈ, 9 ਮਹੀਨੇ ਹੋ ਗਏ, ਕੋਈ ਫਰਕ ਨਹੀਂ ਪੈ ਰਿਹਾ। ਰਾਈਟ, ਮਤਲਬ ਕਿ ਸ਼ੂਗਰ ਵਗੈਰਾ ਤੁਸੀਂ ਬੰਦ ਕੀਤੀ ਹੋਈ ਆ? ਕਈ ਵਾਰੀ ਨਾ ਸ਼ੂਗਰ ਜਦੋਂ ਤੁਸੀਂ ਖਾਂਦੇ ਆ, ਹਾਂਜੀ, ਮਿੱਠਾ ਇੱਕ ਦੋ ਜਿਹੜੇ ਭੈਣ ਭਰਾਵਾਂ ਨੇ ਮੈਨੂੰ ਦੱਸਿਆ ਸੀਗਾ, ਮੈਂ ਉਹਨਾਂ ਦੀ ਸੁਣੀ ਸੁਣਾਈ ਗੱਲ ਤੁਹਾਨੂੰ ਦੱਸ ਰਹੀ ਹਾਂ। ਤੇ ਉਹ ਕਹਿੰਦੇ ਸੀ ਅਸੀਂ ਮਿੱਠਾ ਬੰਦ ਕੀਤਾ, ਕਹਿੰਦੇ ਉਹਦੇ ਨਾਲ ਕਹਿੰਦੇ ਸ਼ੂਗਰ ਮਤਲਬ ਖਾਰਿਸ਼ ਵੀ ਬੰਦ ਹੋ ਗਈ ਸਾਡੇ ਸਰੀਰ ਤੋਂ। ਤੁਸੀਂ 2 ਦਿਨ ਮਿੱਠਾ ਘਟਾ ਕੇ ਦੇਖੋ ਤੇ ਉਨੀ ਦੇਰ ਆਪਾਂ ਡਾਕਟਰ ਦੇ ਕੋਲੋਂ ਮੰਡੇ ਅਸੀਂ ਅਗਲੇ ਮੰਡੇ ਨਾ ਡਾਕਟਰ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਤੇ ਸਾਡੇ ਭੈਣ ਭਰਾ ਸ਼ਾਇਦ ਹਾਲੇ ਆਪਣੇ ਕੋਲ ਟਾਈਮ ਹੈਗਾ, ਕੋਈ ਭੈਣ ਭਰਾ ਆ ਕੇ ਦੱਸ ਦੇਵੇ ਕਿ ਜੇ ਖਾਰਿਸ਼ ਆਉਂਦੀ ਹੋਵੇ ਤੇ ਕੀ ਕਰਨਾ ਚਾਹੀਦਾ। ਓਕੇ ਜੀ। ਓਕੇ ਮੇਰੇ ਵੀਰ, ਥੈਂਕ ਯੂ ਜੀ, ਥੈਂਕ ਯੂ। ਜੇ ਸਰੀਰ ਤੇ ਬਹੁਤ ਖਾਰਿਸ਼ ਆਉਂਦੀ ਹੋਵੇ, ਦਵਾਈ ਲੈ ਰਹੇ ਨੇ ਡਾਕਟਰ ਕੋਲੋਂ, ਪਰ ਜੇ ਤੁਹਾਡੇ ਕੋਲ ਕੋਈ ਅਜਮਾਇਆ ਹੋਇਆ ਨੁਸਖਾ ਤੇ ਜ਼ਰੂਰ ਚੱਲਿਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਪੰਜਾਬ ਰੇਡੀਓ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਹੁਣੇ ਸੁਣਦਾ ਪਿਆ ਸੀ ਕਿ ਉਹ ਜਿਹੜਾ ਉਹ ਬੰਦਾ ਕਹਿ ਰਿਹਾ ਸੀ ਕਿ ਕੱਦੂ ਪੈਰਾਂ ਤੇ ਮਲਣਾ, ਕਿ ਉਹ ਕਿਸ ਤਰ੍ਹਾਂ ਉਹਦਾ ਗੁੱਦਾ ਕੱਟ ਕੇ ਮਲਣਾ ਜਾਂ ਵੈਸੇ ਹੀ ਕੱਦੂ ਪੈਰਾਂ ਤੇ ਲਿਖਾਈ ਜਾਣਾ? ਮੈਨੂੰ ਲੱਗਦਾ ਉਹਨਾਂ ਨੂੰ ਪੁੱਛ ਲੈਣੇ, ਪਰ ਮੈਨੂੰ ਲੱਗਦਾ ਉਦਾਂ ਹੀ ਤੁਸੀਂ ਕੱਦੂ ਮਲ ਸਕਦੇ ਹੋ, ਉਹਦਾ ਪੀਸ ਕੱਟ ਕੇ। ਮਤਲਬ ਉਹਦਾ ਅੰਦਰਲਾ ਪਾਸਾ ਪੈਰਾਂ ਤੇ ਲਾਉਣਾ ਕਿ ਉਹਦੀ ਛੇਲ ਵਾਲਾ ਪਾਸਾ? ਤੁਸੀਂ ਏਦਾਂ ਕਰੋ, ਉਹਨੂੰ ਗੋਲ ਗੋਲ ਕੱਟ ਲਿਓ। ਹਾਂ, ਅੱਛਾ, ਹਨਾ, ਗੋਲ ਗੋਲ ਕੱਟ ਕੇ ਤੇ ਫਿਰ ਉਹ ਚੱਸੋ। ਮਤਲਬ ਉਹਦਾ ਇਨਸਾਈਡ ਹੈ? ਹਾਂਜੀ ਹਾਂਜੀ। ਰਾਈਟ, ਓਕੇ। ਮੈਂ ਸੋਚਿਆ ਵੀ ਸ਼ਾਇਦ ਉਦਾਂ ਹੀ ਕੱਦੂ ਪੈਰਾਂ ਤੇ ਲੈ। ਨਹੀਂ, ਉਹਨੂੰ ਕੱਟ ਕੇ ਮੈਨੂੰ ਲੱਗਦਾ ਜਿੱਥੇ ਤੱਕ ਮੈਨੂੰ ਪਤਾ ਆ, ਜਿਨ੍ਹਾਂ ਨੇ ਚੱਸਿਆ ਆ ਅੱਗੇ, ਉਹ ਕੱਟ ਕੇ ਹੀ ਚੱਸਦੇ ਆ। ਜਿੱਦਾਂ ਹੁਣ ਤੁਸੀਂ ਕੱਦੂ ਨੂੰ ਕੱਟ ਲਓ ਤੇ ਉਹਦੇ ਵਿੱਚੋਂ ਤੁਸੀਂ ਫਿਰ ਇੱਕ, ਜੇ ਤੁਸੀਂ ਹੁਣ ਗੋਲਿਆ ਤੇ ਉਹਨੂੰ ਸੈਂਟਰ ਚੋਂ ਕੱਟ ਲਿਆ, ਫਿਰ ਉਹਦੇ ਚੋਂ ਇੱਕ ਤੁਸੀਂ ਸੈਂਟਰ ਚੋਂ ਫੇਰ ਕੱਟਿਆ, ਮਤਲਬ ਕਿ ਉਹ ਜਿਹੜਾ ਪੀਸ ਆ ਉਹ ਚੱਸ ਕੇ ਦੇਖੋ। ਰਾਈਟ, ਓਕੇ, ਸੋ ਨਾਈਸ ਆਫ ਜੀ। ਥੈਂਕ ਯੂ ਮੇਰੇ ਵੀਰ, ਥੈਂਕ ਯੂ। ਥੈਂਕ ਯੂ ਮੇਰੇ ਵੀਰ, ਥੈਂਕ ਯੂ ਸੋ ਮਚ। ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਖੁਸ਼ੀ ਹੁੰਦੀ ਜਦੋਂ ਭੈਣ ਭਰਾ ਆ ਕੇ ਸਾਂਝ ਪਾਉਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਰੇਡੀਓ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੇਰੇ ਵੀਰ, ਕਿੱਦਾਂ? ਠੀਕ ਠਾਕ? ਹਾਂਜੀ ਠੀਕ ਠਾਕ ਭਾਜੀ, ਨਰਿੰਦਰ ਬੋਲਦਾ ਜੀ। ਮੈਂ ਇੱਕ ਪੁੱਛਣਾ ਸੀਗਾ, ਮੇਰੇ ਨਾ ਜੀਭ ਦੇ ਉੱਤੇ ਜਿੱਦਾਂ ਕੋਈ ਵੀ ਚੀਜ਼, ਪਿਆਜ਼ ਹੋ ਗਿਆ ਜਾਂ ਰੋਟੀ ਵਾਲੀ ਖਾਣਾ ਨਾ, ਲੱਗਦਾ ਬਹੁਤ ਆ। ਮਤਲਬ ਅੱਗੇ ਕਿਤੇ ਰੇਡੀਓ ਦੇ ਵਿੱਚ ਦੱਸਿਆ ਸੀਗਾ ਕਿਸੇ ਨੇ, ਸੈਂਸਿਟਿਵ ਆ ਬਹੁਤ, ਹਨਾ? ਹਾਂਜੀ, ਜਿੱਦਾਂ ਪੱਕੀ ਹੋਈ ਸਾਈਡ ਤੇ। ਰਾਈਟ, ਸਾਈਡ ਤੇ ਆ ਤੁਹਾਡੇ ਕਿ ਕਿੱਥੇ ਆ? ਨਹੀਂ, ਜੀਭ ਦੇ ਉੱਤੇ ਆ, ਔਰ ਅੰਦਰ ਜਿੱਦਾਂ ਬੁੱਲਾਂ ਦੇ ਅੰਦਰਲੇ ਬੰਨੇ ਜਿਹੜੀ ਕੱਚੀ ਸਕਿਨ ਹੁੰਦੀ ਆ, ਔਰ ਇੱਕ ਸਾਈਡ ਦੇ ਉੱਤੇ ਜਿਹੜੀਆਂ ਵਰਾਸ਼ਾਂ ਹੁੰਦੀਆਂ ਨਾ, ਉਹ ਵੀ ਜਿੱਦਾਂ ਆਪਣੇ ਜਿਹੜੇ ਸਾਈਡ ਹੁੰਦੇ ਆ ਨਾ। ਤੁਸੀਂ ਡਾਕਟਰ ਨੂੰ ਦਿਖਾ ਲਿਆ ਸੀ ਕਿ ਲਾਈਚਨ ਪਲੈਨਿਸ ਕਹਿੰਦੇ, ਹਨਾ? ਹਾਂਜੀ 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 ਹਾਂਜੀ, ਲਾਈਚਨ ਪਲੈਨਿਸ ਹੈ ਨਾ ਇਹ? ਰਾਈਟ, ਓਕੇ। ਕਿਉਂਕਿ ਇਹ ਲਾਈਚਨ ਪਲੈਨਿਸ ਦੇ ਉੱਪਰ ਆਪਣੇ ਡਾਕਟਰ ਕੰਨੂ ਬਾਈ ਜੀ ਨੇ ਦੱਸਿਆ ਸੀਗਾ, ਹਨਾ, ਆਪਾਂ ਨੂੰ ਕਿ ਉੱਦਾਂ ਜਿਹੜਾ ਹਲਦੀ ਦਾ ਪਾਣੀ ਆ, ਉਹ ਕਾਫੀ ਚੰਗਾ ਆ। ਇਹ ਹਲਦੀ ਤੇ ਥੋੜਾ ਜਿਹਾ ਲੂਣ ਪਾ ਕੇ ਗਰਾਲੇ ਕਰਨ ਨਾਲ ਉਹਦਾ ਵੀ ਬਹੁਤ ਫਾਇਦਾ ਆ। ਓਕੇ ਓਕੇ, ਆਲਰਾਈਟ। ਹਾਂਜੀ, ਤੁਸੀਂ ਟਰਾਈ ਕਰਕੇ ਦੇਖਿਓ, ਹਨਾ? ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ। ਹੈ, ਥੈਂਕ ਯੂ ਸੋ ਮਚ ਮੇਰੇ ਵੀਰ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੈਲੋ ਜੀ, ਡਾਕਟਰ ਬਲਵਿੰਦਰ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਲਾਈਵ ਆਨ 에ਅਰ ਆ ਮੇਰੇ ਵੀਰ, ਕਿੱਦਾਂ? ਠੀਕ ਠਾਕ ਹੋ ਡਾਕਟਰ ਸਾਹਿਬ? ਥੈਂਕ ਯੂ। ਕਿਸੇ ਭੈਣ ਭਰਾ ਨੇ ਦਵਾਈ ਮੰਗਾਉਣੀ ਹੈ, ਮੇਰਾ ਨੰਬਰ ਫਿਰ ਨੋਟ ਕਰ ਲਓ, 9814027434, ਡਾਕਟਰ ਬਲਵਿੰਦਰ ਸਿੰਘ ਵਾਲੀਆ, ਪੱਟੀ ਸ਼ਹਿਰਵਾਲ। ਡਾਕਟਰ ਸਾਹਿਬ, ਜੇ ਕਿਸੇ ਦੇ ਬੋਡੀ ਤੇ ਬਹੁਤ ਖਾਰਿਸ਼ ਆਉਂਦੀ ਹੋਵੇ ਤੇ ਉਹਦਾ ਕੀ ਇਲਾਜ ਹੋ ਸਕਦਾ? ਕਹਿੰਦੇ ਕਿ ਉਹਨਾਂ ਨੇ ਡਾਕਟਰ ਕੋਲ ਦਵਾਈ ਵੀ ਲਈ ਹੈਗੀ ਆ, ਪਰ ਉਹਨਾਂ ਦੀ ਖਾਰਿਸ਼ ਨਹੀਂ ਜਾ ਰਹੀ ਹੈਗੀ। ਜਿਹੜੀਆਂ ਮੇਰੇ ਭੈਣਾਂ ਨੂੰ ਖਾਰਿਸ਼ ਹੁੰਦੀ ਹੈ, ਉਹ ਕੁਛ ਤਿਲਾਂ ਦਾ ਤੇਲ ਲੈਣ। ਤਿਲਾਂ ਦੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਸਾੜ ਲੈਣਾ ਹੈ, ਗਰਮ ਕਰਕੇ, ਠੰਡਾ ਕਰਕੇ। ਉਹ 'ਚ 4 ਟਿੱਕੀਆਂ ਮੁਸ਼ਕਪੋਰ ਦੀਆਂ ਪਾਉਣੀ 100 ਗ੍ਰਾਮ ਦੇ ਵਿੱਚ। 100 ਗ੍ਰਾਮ ਤਿਲਾਂ ਦਾ ਤੇਲ, 4 ਟਿੱਕੀਆਂ ਮੁਸ਼ਕਪੋਰ ਦੀਆਂ ਲੈ ਕੇ ਪੀਸ ਕੇ ਪਾਊਡਰ ਕਰਕੇ ਪਾਉਣਾ ਹੈ। ਠੰਡਾ ਕਰਕੇ ਰੱਖ ਲਓ। ਜਿੱਥੇ ਵੀ ਖਾਰਿਸ਼ ਹੋ ਉੱਥੇ ਤੁਸੀਂ ਰਾਤ ਨੂੰ ਸੌਣ ਲੱਗੇ ਲਗਾਓ। 5 ਤੋਂ 7 ਦਿਨ ਤੁਹਾਡੀ ਖਾਰਿਸ਼ ਨੂੰ ਫਰਕ ਪੈ ਜੂ। ਜੇ ਜ਼ਿਆਦਾ ਰੋਗ ਹੋਵੇ, ਥੋੜਾ ਮਹੀਨਾ 1.5 ਮਹੀਨਾ ਕਰ ਲਓ। ਮੇਰੇ ਸਾਹਮਣੇ ਨਾਰਮਲ ਖਾਰਿਸ਼ ਤਾਂ 5-7 ਦਿਨ 'ਚ ਠੀਕ ਹੋ ਜਾਂਦੀ ਹੈ। ਤੇ ਡਾਕਟਰ ਸਾਹਿਬ, ਪੁਰਾਣਾ ਰੋਗੀ ਹੋ ਤਾਂ 1 ਮਹੀਨਾ 1.5 ਮਹੀਨਾ ਕਰਨਾ। ਉਹ ਕਹਿੰਦੇ ਕਿ ਸਾਰੀ ਬੋਡੀ ਦੇ ਉੱਪਰ ਹੀ ਖਾਰਿਸ਼ ਆ ਰਹੀ ਹੈ, ਕੋਈ ਖਾਣ ਵਾਲੀ? ਮੈਂ ਸਮਝ ਗਿਆ, ਸਾਰੀ ਚਮੜੀ ਰੋਗ ਹੈ। ਹਾਂਜੀ, ਇਹ ਤਾਂ ਨਾਰਮਲ ਹੈ, ਜਿਹਨੇ ਮਾੜਾ ਮੋਟਾ ਨੁਕਸਾ ਠੀਕ ਕਰ ਲੈਣਗੇ। ਜੇ ਜ਼ਿਆਦਾ ਹੈ ਤੇ ਉਹ ਮੈਨੂੰ ਆਪਣੇ ESR ਟੈਸਟ ਕਰਾਉਣ। ESR ਬਲੱਡ 'ਚ ਟੈਸਟ ਹੁੰਦਾ ਹੈ, ਉਹ ਟੈਸਟ ਕਰਕੇ ਰਿਪੋਰਟ ਭੇਜਣ, ਜਾਂ ਆਪਣੀ ਜਿਹੜੀ ਸਕਿਨ ਖਰਾਬ ਹੈ ਉਹਦੀ ਮੈਨੂੰ ਫੋਟੋਆਂ ਭੇਜ ਦੇਣ, ਤੇ ਮੈਂ ਉਹਨੂੰ ਦੇਖ ਕੇ ਉਹਦਾ ਇਲਾਜ ਸ਼ੁਰੂ ਕਰਦਾ। ਥੈਂਕ ਯੂ ਸੋ ਮਚ। ਉਹਨਾਂ ਨੂੰ ਮੋਬਾਈਲ ਤੇ ਖਿੱਚ ਕੇ ਬਿਲਕੁਲ ਨੇੜਿਓਂ ਕਰਕੇ ਖਿੱਚਦੀ ਹੈ, ਤਾਂ ਕਿ ਉਹਦਾ ਮੈਂ ਸਹੀ ਵੇਖ ਕੇ ਉਹਨੂੰ ਦੱਸ ਸਕਦਾ ਤੈਨੂੰ ਆਹ ਬਿਮਾਰੀ ਹੈ, ਇਹਦਾ ਇਲਾਜ ਆ ਸਕਦਾ। ਰਾਈਟ, ਓਕੇ। ਮਾੜੀ ਮੋਟੀ ਖਾਰਿਸ਼ ਹੁੰਦੀ, ਜਿਵੇਂ ਦੱਸਿਆ ਹੈ, ਤਿਲਾਂ ਦੇ ਤੇਲ ਵਿੱਚ ਮੁਸ਼ਕਪੋਰ ਉਹਨੂੰ ਸਾੜ ਕੇ ਚੰਗੀ ਤਰ੍ਹਾਂ ਮੁਸ਼ਕਪੋਰ ਦੀ ਚਿੱਕੀ ਪਾ ਕੇ ਤੁਸੀਂ ਉਹਨੂੰ ਲੈ ਸਕਦੇ ਹੋ।
ਤੇ ਡਾਕਟਰ ਸਾਹਿਬ ਜਾਣ ਤੋਂ ਪਹਿਲਾਂ ਇੱਕ ਹੋਰ ਹੈ, ਕਹਿੰਦੇ ਕਿ ਜੇ ਜੀਭ ਦੇ ਉੱਤੇ ਜਾਨੀ ਕਿ ਗੱਲ ਦੇ ਵਿੱਚ ਛਾਲਾ ਜੇ ਹੋ ਜਾਣ ਤੇ ਲਾਈਚਨ ਪਲੈਨਿਸ ਉਹ ਮਤਲਬ ਉਹਦਾ ਕੀ ਮੂੰਹ ਦੇ ਅੰਦਰ ਛਾਲੇ? ਹਾਂਜੀ, ਮੂੰਹ ਦੇ ਅੰਦਰ ਛਾਲੇ ਜੀ। ਹਾਂਜੀ, ਕਹਿੰਦੇ ਜੀਭ ਦੇ ਹਾਂਜੀ ਉਹਦੇ ਤੇ ਉਹਨਾਂ ਨੂੰ ਅਸਰ ਕਬਜ਼ ਹੋਏਗੀ, ਕਬਜ਼ ਹੋਣ ਕਰਕੇ ਛਾਲੇ ਮੂੰਹ 'ਚ ਪੈਂਦੇ ਆ। ਉਹ ਕੋਸ਼ਿਸ਼ ਕਰਨ ਕੱਥਾ ਲੈਣ, ਜਿਹੜਾ ਆਪਾਂ ਬਾਂਹ ਦੇ ਵਿੱਚ ਕੱਥਾ ਪਾਉਂਦੇ ਆ, ਉਹ ਰਾਣ ਸੌਣ ਕੱਥਾ ਮੂੰਹ 'ਚ ਲਾ ਕੇ ਤੇ ਮੂੰਹ ਲਾ ਕੇ ਪਾਣੀ ਸਾਰਾ ਮੂੰਹ 'ਚ ਕੱਢ ਦੇਣ। ਉਸ ਤੋਂ ਕੋਈ ਚੀਜ਼ ਖਾਣੀ ਨਹੀਂ, ਉਹ ਲਗਾਤਾਰ ਹਫ਼ਤਾ 10 ਦਿਨ ਕਰਨ ਮੂੰਹ 'ਚ ਛਾਲੇ ਖਤਮ ਹੋ ਜਾਣ। ਕੱਥਾ ਜਿਹੜਾ ਆਪਣਾ ਪਾਣ ਦੇ ਵਿੱਚ ਪੈਂਦਾ ਹੈ। ਅੱਛਾ, ਕੱਥਾ ਉਹ ਲੈ ਕੇ ਉਹਨੂੰ ਪਾਊਡਰ ਲੈ ਕੇ ਉਹਦੀ ਕੱਥਾ ਜਿਹੜਾ ਪੈਸੇ ਪਾਉਣ ਵਾਲੀ ਦੁਕਾਨ ਤੋਂ ਹੀ ਲੈ ਲੈਣ, ਉਹ ਦੇ ਦੇਣਗੇ। ਰਾਣ ਨੂੰ ਸੌਣ ਲੱਗਿਆ ਰੋਜ਼ ਖਾਣਾ ਖੁਣਾ ਖਤਮ ਹੋਣ ਤੋਂ ਬਾਅਦ ਤੇ ਮੂੰਹ 'ਚ ਲਾ ਕੇ ਚੰਗੇ ਸਾਰੇ ਬੁੱਲਾਂ ਦੇ ਚੰਦਰ ਬਾਹਰ ਸਾਰੇ ਤੇ ਮੂੰਹ ਢਿੱਲਾ ਕਰ ਦੇਣਾ, ਪਾਣੀ ਸਾਰਾ ਮੂੰਹ 'ਚ ਕੱਢਣਾ ਤੇ ਹੋਰ ਕੋਈ ਚੀਜ਼ ਨਹੀਂ ਖਾਣੀ। ਹਾਂਜੀ, ਫਿਰ ਵੀ ਉਹ ਸਾਰਾ ਕੁਝ ਕਰਨ ਤੋਂ ਪਹਿਲਾਂ ਇੱਕ ਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਤਾਂ ਬੈਟਰ ਹੈ ਕਿ ਕਿਹੜੀ ਦਵਾਈ ਦੇ ਉੱਤੇ ਕੋਈ ਹੈ ਪ੍ਰੋਬਲਮ, ਮੈਨੂੰ ਫੋਨ ਤੇ ਗੱਲ ਕਰ ਲੈਣ, ਪੁੱਛ ਲੈਣ। ਬਾਕੀ ਜਿਹਨਾਂ ਦਰਸ਼ਕਾਂ ਨੂੰ ਦੱਸਿਆ ਉਦਾਂ ਕਰਨ, ਉਹਨਾਂ 3-4 ਦਿਨ 'ਚ ਉਹਨਾਂ ਛਾਲੇ ਮੂੰਹ 'ਚ ਠੀਕ ਹੋ ਜਾਣਗੇ। ਤੇ ਡਾਕਟਰ ਸਾਹਿਬ ਜੇ ਕਿਸੇ ਦੇ ਪੈਰਾਂ ਦੇ ਵਿੱਚੋਂ ਸੇਕ ਬਹੁਤ ਨਿਕਲਦਾ ਹੋਵੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਪੈਰਾਂ ਤਲੀਆਂ ਸੇਕ ਜੀ? ਹਾਂਜੀ, ਤਲੀਆਂ ਦੇ ਵਿੱਚੋਂ ਪੈਰਾਂ ਤਲੀਆਂ। ਉਹ ਪੇਠਾ ਜਿਹੜਾ ਨਹੀਂ ਉਹ ਰਾਤ ਨੂੰ ਮਲ ਕੇ ਸੌਂ, ਪੇਠਾ ਜਿਹੜਾ ਨਹੀਂ, ਪੇਠਾ ਜਿਹੜਾ ਸਬਜ਼ੀ ਬਣਾਉਣੀ ਜੇ ਪੇਠੇ ਦੀ, ਹਾਂਜੀ, ਉਹ ਪੇਠਾ ਕੱਟ ਕੇ ਪੈਰਾਂ ਤਲੀਆਂ 'ਚ ਝੱਸ ਕੇ ਸੌਂ। ਰਾਈਟ, ਉਹਦੇ ਨਾਲ ਫਰਕ ਪੈ ਜਾਣਾ ਹੈ। ਹਾਂ, ਉਹਦੇ ਬਿਲਕੁਲ 100% ਫਰਕ ਪਏਗਾ। ਜ਼ਿਆਦਾ ਤਾਂ ਮਹੀਨਾ ਕਰਨਾ ਪੈਂਦਾ, ਨਹੀਂ ਤਾਂ ਹਫ਼ਤੇ 'ਚ ਇੱਕ ਵਾਰ ਕਰ ਲਿਆ ਕਰਨ, ਲੋੜ ਹੀ ਨਹੀਂ ਪੈਗੀ, ਠੀਕ ਹੋ ਜਾਣਾ। ਥੈਂਕ ਯੂ ਡਾਕਟਰ ਸਾਹਿਬ। 5 ਸਾਲ ਲਗਾਤਾਰ ਕਰਨ, ਫਿਰ ਹਫ਼ਤੇ 'ਚ ਇੱਕ ਦਿਨ ਕਰੀਏ। ਹਾਂਜੀ, ਅੱਜ ਆਪਾਂ ਲੇਟ ਹੋ ਗਏ ਹਾਂ, ਸੋ ਇਸ ਕਰਕੇ ਮਾਫੀ ਮੰਗਦੇ ਹਾਂ ਕਿ ਹੁਣ ਆਪਣਾ ਟੈਲੀਫੋਨ ਨੰਬਰ ਆਪਾਂ ਤੁਹਾਡਾ ਦੁਹਰਾ ਦਿੰਦੇ ਹਾਂ ਤੇ ਅਗਲੇ ਹਫ਼ਤੇ ਫਿਰ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਸਾਂਝ ਪਾਈ ਹੈਗੀ ਹੈ ਅਤੇ ਸਾਡੇ ਜਿਨ੍ਹਾਂ ਦੇ ਕਾਲਸ ਨਹੀਂ ਲੈ ਸਕੇ, ਦੋਨੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ, ਨਹੀਂ ਕਾਲਸ ਲੈ ਸਕੇ। ਟੈਲੀਫੋਨ ਲਾਈਨਸ ਕਾਫੀ ਬਿਜ਼ੀ ਹਨ ਅਤੇ ਸਿਹਤ ਠੀਕ ਨਹੀਂ ਹੈ। ਅਤੇ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾ ਦੇਣੇ ਕਿ ਡਾਕਟਰ ਕੋਲ ਜਾਣਾ ਬਹੁਤ ਹੀ ਜ਼ਰੂਰੀ ਹੈ ਅਤੇ ਡਾਕਟਰ ਕੋਲ ਜਾ ਕੇ ਤੁਸੀਂ ਡਾਇਗਨੋਸ ਕਰਾਓ ਕਿ ਬਿਮਾਰੀ ਦਾ ਕਾਰਨ ਕੀ ਹੈ ਅਤੇ ਫਿਰ ਬਿਮਾਰੀ ਦਾ ਹੱਲ ਲੱਭ ਕੇ ਫਿਰ ਉਸ ਦਾ ਇਲਾਜ ਕਰੋ। ਇਹ ਸਨ ਕੁਝ ਘਰੇਲੂ ਨੁਸਖੇ ਸਾਡੇ ਸੁਣਨੇ ਵਾਲਿਆਂ ਵੱਲੋਂ, ਪੰਜਾਬ ਰੇਡੀਓ ਵੱਲੋਂ ਨਹੀਂ। ਕੁਝ ਵੀ ਟਰਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਅਸੀਂ ਤੁਹਾਨੂੰ ਯਾਦ ਕਰਾਉਂਦੇ ਹਾਂ ਕਿ ਆਪਣੇ ਹੈਲਥ ਪ੍ਰੋਫੈਸ਼ਨਲ ਨਾਲ, ਡਾਕਟਰ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਅਤੇ ਆਪਣੇ ਲਈ ਜ਼ਰੂਰ ਵਕਤ ਕੱਢੋ। ਸਿਹਤ ਵੱਲ ਧਿਆਨ ਦਿਓ, ਸਿਹਤ ਹੈ ਅਤੇ ਸਭ ਕੁਛ ਹੈ। ਸਿਹਤਮੰਦ ਰਹਿਣ ਵਾਸਤੇ ਹੋ ਸਕੇ ਤਾਂ ਦਿਨ ਦੀ ਸ਼ੁਰੂਆਤ ਇੱਕ ਕੋਸੇ ਪਾਣੀ ਦੇ ਗਲਾਸ ਦੇ ਨਾਲ ਕਰਿਆ ਕਰੋ। ਕਿਸੇ ਤਰ੍ਹਾਂ ਦੀ ਵੀ ਐਕਸਰਸਾਈਜ਼ ਕਰੋ, ਚਾਹੇ ਤੁਸੀਂ ਮੋਰਨਿੰਗ ਵਾਕ ਲਈ ਜਾਓ, ਈਵਨਿੰਗ ਵਾਕ ਲਈ ਜਾਓ, ਸਾਈਕਲਿੰਗ, ਰਨਿੰਗ, ਸਕਿਪਿੰਗ, ਯੋਗਾ, ਜੋ ਵੀ ਐਕਸਰਸਾਈਜ਼ ਤੁਹਾਨੂੰ ਸੂਟ ਕਰਦੀ ਹੈ ਕਰ ਸਕਦੇ ਹੋ, ਅਤੇ ਜ਼ਰੂਰ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰੋ। ਅਗਰ ਬਿਮਾਰੀ ਦੀ ਟ੍ਰੀਟਮੈਂਟ ਚੱਲ ਰਹੀ ਹੈ, ਟ੍ਰੀਟਮੈਂਟ ਬੰਦ ਨਾ ਕਰੋ, ਨਾ ਹੀ ਡਾਕਟਰ ਦੀ ਦਵਾਈ। ਜ਼ਰੂਰੀ ਹੈ ਕਿ ਤੁਸੀਂ ਦਵਾਈ ਨੂੰ ਨਾਲ ਲੈਣਾ ਹੈਗਾ। ਟੈਨਸ਼ਨ, ਸਟ੍ਰੈਸ ਜਾਂ ਹੈਗਾ ਤਾਂ ਮੈਡੀਟੇਟ ਕਰਕੇ ਦੇਖੋ। ਚਲੋ ਵੀ ਮੇਰੇ ਵੱਲੋਂ, ਦੀਦਾਰ ਵੱਲੋਂ ਪਿਆਰ ਭਰੀ, ਮੁਹੱਬਤ ਭਰੀ ਸਤਿ ਸ੍ਰੀ ਅਕਾਲ। Well, that's it from me today. Thank you for your company. Thank you for being with me. My love and best wishes going out to you. Back with you once again tomorrow at 12. Until then, take care and enjoy the rest of the program and your favorite recipes coming up tomorrow between 12 and 2. On AM, TV, digital radio and online, this is Punjab Radio.